देश दुनिया च वसदे पंजाबियों ਨੂੰ ਜੀ ਆਇਆਂ। मैं हरजिंदर सिंह रंधावा, तुम देख रहे हो पंजाब टेलीविजन और मेरे नाल ने मनप्रीत रंधावा। वेलकम मनप्रीत जी। बहुत बहुत धन्यवाद तुहाडा रंधावा जी। मनप्रीत जी, पंजाबी की कहावत आ कि कला कलंदर बसे ते घड़ियों पानी नसे। कांग्रेस की हालत कुछ इंज दी है, लेकिन मैनू गल उत्थों शुरू करनी तुहाडे नाल जिहड़ी तुहाडी कल पंजाब मामलिਆਂ ਦੇ इंचार्ज हरीश रावत नाल गल हुंदी है। एक होर वड्डी अंग्रेजी की अखबार चो लंबा विस्तार ते इंटरव्यू भी दिंदे आ और ਜਿਹਦੇ ਵਿੱਚ ਉਹ ਪੰਜਾਬ ਪ੍ਰਦੇਸ਼ ਦੇ ਮਹਾਂਦਰੇ ਨੂੰ ਲੈ ਕੇ ਕਾਂਗਰਸ ਦੇ ਨਜ਼ਰੀਓਂ ਭਾਵੇਂ ਸਰਕਾਰ ਹੋਵੇ ਤਾਂ ਭਾਵੇਂ ਉਹਨਾਂ ਦਾ ਸੰਗਠਨ ਹੋਵੇ, ਜਿਹੜੇ ਵੱਡੇ ਫੈਸਲੇ ਲੈ ਲਏ ਗਏ ਆ ਔਰ ਜਿਨ੍ਹਾਂ ਦਾ ਐਲਾਨ ਹੋਣਾ ਬਾਕੀ ਆ ਉਹਨਾਂ ਦਾ ਜ਼ਿਕਰ ਔਰ ਕਾਫੀ ਤਸਵੀਰ ਤੁਸੀਂ ਮੈਨੂੰ ਕਲੀਅਰ ਕੀਤੀ ਗੈਰ ਰਸਮੀ ਗੱਲਬਾਤ ਦੇ ਵਿੱਚ ਆਪਣੇ ਸਰੋਤਿਆਂ ਲਈ ਉਹ ਕਰਾਂਗੇ ਕਿ ਕਿਹੋ ਜਿਹੇ ਫਿਰ ਬਦਲ ਦਰਕਾਰ ਨੇ ਤਾਂ ਹੋਣ ਵਾਲੇ ਨੇ। ਦੂਜੇ ਪਾਸੇ ਅਜੇ ਪਹਿਲੀ ਗੱਲ ਮੁੱਕੀ ਨਹੀਂ, ਲੇਕਿਨ ਬਠਿੰਡੇ ਵਾਲੇ ਪਾਸਿਓਂ ਜਿਹੜੀ ਲੜਾਈ ਛਿੜੀ ਸੀ, ਖਾਸ ਤੌਰ ਤੇ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਦੇ ਉੱਤੇ ਹਮਲਾ ਬੋਲਿਆ ਸੀ। ਮਨਪ੍ਰੀਤ ਬਾਦਲ ਤਾਂ ਅਜੇ ਤੱਕ ਚੁੱਪ ਨੇ, ਉਹਦੇ ਚੁੱਪ ਦੇ ਵੀ ਅਰਥ ਨੇ, ਲੇਕਿਨ ਉਸ ਗੱਲ ਨੂੰ ਰਾਜਾ ਵੜਿੰਗ ਦੀ ਗੱਲ ਨੂੰ ਅੱਗੇ ਵਧਾਤਾ ਸੁਖਜਿੰਦਰ ਸਿੰਘ ਰੰਧਾਵਾ ਔਰ ਰਣਜੀਤ ਸਿੰਘ ਬਿੱਟੂ ਨੇ। ਹੁਣ ਦੇਖਣਾ ਇਹ ਹੈ ਕਿ ਲੜਾਈ ਧੜਿਆਂ 'ਚ ਵੰਡ ਕੇ ਫਿਰ ਹੋਊਗੀ, ਨਵੇਂ ਸਮੀਕਰਨ ਬਣਨਗੇ, ਇਹ ਕਾਂਗਰਸੀ ਬਨਾਮ ਨਵੇਂ ਕਾਂਗਰਸੀ ਹੋਊਗਾ ਜਾਂ ਇਹ ਕੈਪਟਨ ਅਮਰਿੰਦਰ ਜਾਂ ਦੂਜੇ ਧੜਿਆਂ ਦੀ ਲੜਾਈ ਹੋਊਗੀ, ਇਹ ਵੀ ਦੇਖਣਾ ਬੜਾ ਜ਼ਰੂਰੀ ਹੈ। ਔਰ ਤੀਜੀ ਖਬਰ ਜਿਹੜੀ ਬੀਤੇ ਕੱਲ ਉਹ ਵੀ ਤੁਸੀਂ ਮੇਰੇ ਨਾਲ ਗੈਰ ਰਸਮੀ ਗੱਲਬਾਤ ਦੇ ਵਿੱਚ ਡਿਸਕਸ ਕੀਤੀ ਸੀ, ਕੱਲ ਅਸੀਂ ਰਹਿ ਗਏ ਸੀ ਉਹਨੂੰ ਲੈਣ ਤੋਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਵੱਲੋਂ ਅੰਗਰੇਜ਼ੀ ਦੀ ਇੱਕ ਅਖਬਾਰ 'ਚ ਜਿਹੜਾ ਜ਼ਿਕਰ ਛਿੜਿਆ ਕਿ ਅਕਾਲੀ ਦਲ ਸੰਬੰਧੀ, ਚਲੋ ਇਹ ਤੁਸੀਂ ਰਿਵੀਲ ਕਰ ਦਿਓ ਕਿਉਂਕਿ ਤੁਸੀਂ ਵਿਸਥਾਰ 'ਚ ਉਹਦੇ 'ਚ ਗਏ ਹੋ, ਪਾਰਟੀਆਂ ਪੂਟੀਆਂ ਕਿਸੇ ਧਿਰ ਦੀਆਂ ਨਹੀਂ ਹੁੰਦੀਆਂ, ਖਾਸ ਤੌਰ ਤੇ ਜਿਹੜੇ ਇਹੋ ਜਿਹੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੁੰਦੇ, ਅਸੀਨ ਹੁੰਦੇ, ਉਹਨਾਂ ਲਈ ਸਾਰਾ ਉਖਲਕਤ ਹੀ ਆਪਣੀ ਹੁੰਦੀ ਹੈ। ਰਵਾਇਤਾਂ ਬੜੀਆਂ ਮਹਾਨ ਨੇ ਤੇ ਬਹੁਤ ਕੁਝ ਐਸਾ ਹੈ, ਲੇਕਿਨ ਇਸ ਤੋਂ ਅੱਗੇ ਜੇ ਆਖਰੀ ਗੱਲ ਤੇ ਮੈਂ ਜਾਵਾਂ, ਕਾਲੀ 'ਚ ਲਹਿਰਿਆਂ ਖਾਸ ਤੌਰ ਤੇ ਟਕੈਤ ਨੇ ਜਦੋਂ ਇਹ ਕਿਹਾ ਕਿ ਯੂਪੀ ਔਰ ਪੰਜਾਬ 'ਚ ਇਲੈਕਸ਼ਨਾਂ ਲੜਨੀਆਂ ਪੈਣੀਆਂ, ਸਰਕਾਰਾਂ ਆਪਣੀਆਂ ਬਣਾਉਣੀਆਂ ਪੈਣੀਆਂ ਤਾਂ ਕਿ ਮਸਲੇ ਹੱਲ ਹੋਣ, ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਚੁਣਾਉਣੀ ਆਪਣੀ ਪਹਿਲੀ ਗੱਲ ਜਿਹੜੀ ਸ਼ੁਰੂ 'ਚ ਉਹਨਾਂ ਕਹੀ ਸੀ ਕਿ ਪੰਜਾਬ ਮਿਸ਼ਨ ਤੇ ਹੋਣਾ ਚਾਹੀਦਾ, ਮਿਸ਼ਨ ਪੰਜਾਬ ਹੋਣਾ ਚਾਹੀਦਾ। ਉਹਨਾਂ ਨੇ ਫਿਰ ਕਿਹਾ ਕਿ ਇਹ ਸਰਕਾਰਾਂ ਬਦਲੇ ਬਿਨਾਂ ਤੇ ਇਲੈਕਸ਼ਨਾਂ ਲੜੇ ਬਿਨਾਂ ਹੱਲ ਹੈ ਨਹੀਂ। ਸੋ ਮੈਂ ਮੁੜ ਕੇ ਸ਼ੁਰੂ ਕਰੂੰਗਾ ਤੁਹਾਡੇ ਤੋਂ ਪਹਿਲੀ ਗੱਲ ਤੋਂ, ਜਿੱਥੇ ਤੁਹਾਡਾ ਨਿੱਜੀ ਅਨੁਭਵ ਰਿਹਾ, ਤੁਸੀਂ ਹਰੀਸ਼ ਰਾਵਤ ਨਾਲ ਗੱਲਬਾਤ ਕੀਤੀ ਆ ਤੇ ਜਿਹੜੀ ਗੱਲਬਾਤ ਉਹਨਾਂ ਨੇ ਇੱਕ ਵੱਡੀ ਅਖਬਾਰ ਲਈ ਕੀਤੀ ਆ, ਉਹਨਾਂ ਦੋਵਾਂ ਦੇ ਆਧਾਰ ਤੇ ਮੈਨੂੰ ਦੱਸਿਓ ਅਗਲੇ ਦਿਨਾਂ 'ਚ ਅਸੀਂ ਕਾਂਗਰਸ ਸਰਕਾਰ ਔਰ ਕਾਂਗਰਸ ਸੰਗਠਨ ਪੰਜਾਬ ਵਿੱਚ ਕਿਹੋ ਜਿਹਾ ਦੇਖ ਰਹੇ ਹਾਂ। ਰੰਧਾਵਾ ਜੀ, ਮੇਰੀ ਗੱਲਬਾਤ ਹੋਈ ਸੀ ਹਰੀਸ਼ ਰਾਵਤ ਹੋਣਾ ਨਾਲ ਟੈਲੀਫੋਨ ਦੇ ਜ਼ਰੀਏ, ਤੇ ਉਸ ਤੋਂ ਬਾਅਦ ਅੱਜ ਮੈਂ ਇੱਕ ਅਖਬਾਰ ਇੰਡੀਅਨ ਐਕਸਪ੍ਰੈਸ ਅੰਗਰੇਜ਼ੀ ਦਾ ਅਖਬਾਰ ਆ, ਉਹਦੇ ਪਹਿਲੇ ਪੰਨੇ ਤੇ ਰਿਪੋਰਟ ਆ, ਉਹਨਾਂ ਦੀ ਇੰਟਰਵਿਊ ਆ ਜੀ ਜੀ, ਤੇ ਉਹ ਮੈਂ ਜਦੋਂ ਉਹਨਾਂ ਦੀ ਰਿਪੋਰਟ ਪੜ੍ਹੀ ਡਿਟੇਲ ਦੇ ਵਿੱਚ ਤੇ ਆਪਣੀ ਗੱਲਬਾਤ ਹੋਈ, ਉਹਨੂੰ ਸਾਰੀ ਚੀਜ਼ ਨੂੰ ਵਿਚਾਰਿਆ ਤੇ ਜਿਹੜੀ ਮੋਟੇ ਤੌਰ ਤੇ ਗੱਲ ਜਿਹੜੀ ਸਾਹਮਣੇ ਆਈ ਆ ਉਹ ਇਹ ਆ, ਤੁਹਾਨੂੰ ਯਾਦ ਹੋਣਾ ਰੰਧਾਵਾ ਜੀ, ਕਹਿ ਰਹੇ ਸੀ ਹਰੀਸ਼ ਰਾਵਤ ਹੋਣੀ ਕਿ 8 ਜਾਂ 10 ਜੁਲਾਈ ਤੱਕ ਸਾਡਾ ਫੈਸਲਾ ਆ ਜਾਏਗਾ ਤੇ ਅਸੀਂ ਪੰਜਾਬ ਦੀ ਕਾਂਗਰਸ ਨੂੰ ਇੱਕ ਸੇਧ ਦੇਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਕਿ ਕਿਸ ਤਰ੍ਹਾਂ ਉਹ ਚੱਲੇ ਤੇ ਆਪਸੀ ਜਿਹੜਾ ਟਕਰਾਅ ਬਹੁਤ ਚਿਰ ਤੋਂ ਪੈਦਾ ਹੋਇਆ ਉਹ ਬਿਲਕੁਲ ਖਤਮ ਹੋ ਜੇ ਤੇ ਪਾਰਟੀ ਇਕਜੁੱਟ ਹੋ ਕੇ ਸੰਨ 2022 ਦੀਆਂ ਚੋਣਾਂ ਦੀ ਤਿਆਰੀ ਕਰੇ ਤੇ ਜਿੱਤੇ। ਅੱਛਾ, ਅੱਜ ਤੁਸੀਂ ਦੇਖ ਲਓ ਕਿ 13 ਜੁਲਾਈ ਹੋ ਗਈ ਆ ਤੇ ਅੱਜ ਦੀ ਤਰੀਕ ਤੱਕ ਹਜੇ ਕੋਈ ਫੈਸਲਾ ਨਹੀਂ ਆਇਆ। ਹਾਂ, ਆਪਸੀ ਗੱਲਬਾਤ ਦੇ ਵਿੱਚ ਉਹਨਾਂ ਨੇ ਜ਼ਰੂਰ ਕਿਹਾ, ਉਹਨਾਂ ਨੇ ਇੱਕ ਗੱਲ ਬੜੇ ਮੋਟੇ ਤੌਰ ਤੇ ਕਹਿਤੀ ਆ ਕਿ ਦੇਖੋ ਮੈਂ ਪੰਜਾਬ ਦੇ ਮਾਮਲਿਆਂ ਦਾ ਇੰਚਾਰਜ ਆ ਤੇ ਮੇਰਾ ਇੱਕ ਟਿੱਪਣੀ ਮੇਰੇ ਵੱਲੋਂ ਗਈ ਹੈ, ਮੇਰੀ ਇੱਕ ਸਟੇਟਮੈਂਟ ਗਈ ਹੈ ਤੇ ਮੈਨੂੰ ਉਸ ਤੇ ਖੜੇ ਹੋਣਾ, ਮੈਨੂੰ ਉਸ ਤੇ ਖਰਾ ਉਤਰਨਾ, ਨਹੀਂ ਤਾਂ ਮੇਰੀ ਜਿਹੜੀ ਆਪਣੀ ਜਿਹੜਾ ਇੱਕ ਤਰ੍ਹਾਂ ਦਾ ਅਕਸ ਆ ਉਹਨੂੰ ਕਿਸੇ ਨਾ ਕਿਸੇ ਦਾ ਧੱਕਾ ਲੱਗੇਗਾ, ਲੋਕੀ ਮੇਰੇ ਨਾਲ ਗੱਲ ਕਰਨੀ ਬੰਦ ਕਰ ਦੇਣਗੇ ਕਿ ਐਵੇਂ ਤਰੀਕਾ ਦੇਈ ਜਾਂਦਾ, ਕੁਝ ਕਰਦੇ ਤਾਂ ਹੈ ਨਹੀਂ। ਉਹਨਾਂ ਨੇ ਕਿਹਾ ਕਿ ਹੁਣ ਤੱਕ ਜਿਹੜਾ ਫੈਸਲਾ, ਇਸੇ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਦੱਸਦਾ, ਉਹ ਕਹਿੰਦੇ ਵੀ ਸਾਡਾ ਇਹ ਫੈਸਲਾ ਹੈ ਪੰਜਾਬ ਕਾਂਗਰਸ ਦੇ ਮੁਤਲਕ ਕਿ ਅਸੀਂ ਸਿਰਫ ਪ੍ਰਧਾਨ ਬਦਲਾਂਗੇ, ਅਸੀਂ ਮੁੱਖ ਮੰਤਰੀ ਨੂੰ ਨਹੀਂ ਬਦਲਣਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਬਲਕਿ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਜਦੋਂ ਉਹਨਾਂ ਨੇ ਕੀਤੀ ਤੇ ਇਹ ਕਹਿਣਾ ਕਿ ਮੈਨੂੰ ਆਲਾ ਕਮਾਨ ਜਿਹੜਾ ਕਾਂਗਰਸ ਦੀ ਹਾਈ ਕਮਾਂਡ ਆ ਉਹਦਾ ਹਰ ਫੈਸਲਾ ਮਨਜ਼ੂਰ ਆ, ਉਹ ਕਹਿੰਦੇ ਕਿ ਇਹ ਬੜੀ ਵੱਡੀ ਗੱਲ ਆ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਪ੍ਰਧਾਨ ਬਦਲਾਂਗੇ ਤੇ ਨਾਲ ਹੀ ਅਸੀਂ ਕੋਈ ਫੇਰ ਬਦਲ ਕਰਾਂਗੇ ਅਸੀਂ, ਜਾਨੀ ਕਿ ਕੈਬਨਿਟ ਰੀਸ਼ਫਲ ਕਰਾਂਗੇ। ਕੋਈ ਇਸ ਤਰ੍ਹਾਂ ਦੇ ਜਿਹੜੇ ਚਿਹਰੇ ਆ ਜਿਨ੍ਹਾਂ ਨੂੰ ਸ਼ਾਇਦ ਪਹਿਲਾਂ ਮੌਕਾ ਦੇਣਾ ਬਣਦਾ ਸੀ ਜਾਂ ਜਿਹੜੇ ਡਿਜ਼ਰਵ ਕਰਦੇ ਨੇ, ਅਸੀਂ ਉਹਨਾਂ ਨੂੰ ਮੌਕਾ ਵੀ ਦੇਵਾਂਗਾ, ਉਸ ਦੀ ਵੀ ਉਹਨਾਂ ਨੇ ਇੰਡੀਕੇਸ਼ਨ ਦਿੱਤੀ। ਤੀਸਰੀ ਗੱਲ ਉਹਨਾਂ ਨੇ ਕਹੀ ਆ ਕਿ ਤੁਸੀਂ ਦੇਖੋ, ਹਰੀਸ਼ ਰਾਵਤ ਹੋਣੀ ਕਹਿੰਦੇ ਕਿ ਤੁਹਾਨੂੰ ਲੱਗਦਾ ਨਹੀਂ, ਕਹਿੰਦੇ ਪਿਛਲੇ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਟਵੀਟ ਕਰ ਰਹੇ ਆ ਉਹ ਸਹੀ ਡਾਇਰੈਕਸ਼ਨ 'ਚ ਆ।
ਪਹਿਲਾਂ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧਦੇ ਸੀ, ਹੁਣ ਸਾਰੇ ਨਿਸ਼ਾਨੇ ਆ ਉਹਨਾਂ ਦੇ ਉਹ ਬਾਦਲਾਂ ਪਰਿਵਾਰ ਤੇ ਆ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਇਹ ਵੀ ਇੱਕ ਚੰਗਾ ਸਹੀ ਜਿਹੜਾ ਇੱਕ ਡਾਇਰੈਕਸ਼ਨ ਆ। ਸੋ ਮੈਨੂੰ ਲੱਗਦਾ ਇਹ ਵਧੀਆ ਹੋ ਜਾਏਗਾ। ਰੰਧਾਵਾ ਜੀ, ਮੈਂ ਥੋੜਾ ਜਿਹਾ ਆਪਣੇ ਦੱਸਦਾ, ਜਿਹੜੇ ਸਾਨੂੰ ਦੇਖਣ ਵਾਲੇ ਨੇ, ਰੋਜ਼ ਸਾਨੂੰ ਸੁਣਦੇ ਨੇ। ਹਰੀਸ਼ ਰਾਵਤ ਬੜੀ ਜਲਦੀ ਡਿਊਟੀ ਹੈ ਜਿਹੜੀ ਉਹ ਹਾਈ ਕਮਾਂਡ ਨੇ ਉੱਤਰਾਖੰਡ ਦੀਆਂ ਚੋਣਾਂ ਪੰਜਾਬ ਦੇ ਨਾਲ ਹੀ ਆ ਰਹੀਆਂ, ਉਧਰ ਲਾ ਦਿੱਤੀ ਆ। ਇਹ ਉੱਥੇ ਦੇ 3 ਵਾਰੀ ਵੈਸੇ ਮੁੱਖ ਮੰਤਰੀ ਰਹੇ ਆ। ਵੈਸੇ ਮੈਂ ਇੱਕ ਛੋਟੀ ਜਿਹੀ ਜਾਣਕਾਰੀ 'ਚ ਹੋਰ ਵੀ ਵਾਧਾ ਕਰਦਾ, ਹਾਲਾਂਕਿ ਸੰਨ 2006 'ਚ ਉੱਤਰਾਖੰਡ ਬਣਦਾ, ਲੇਕਿਨ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਉੱਥੇ 5 ਸਾਲ ਨਹੀਂ ਕੱਢੇ। ਇਹ ਵੀ ਵੱਖਰੇ ਟਾਈਮ ਤੇ 3 ਵਾਰੀ ਰਹੇ ਆ। ਤੇ ਇੱਕ ਹੀ ਇਹਨਾਂ ਦੇ ਹੋਇਆ ਕਾਂਗਰਸ ਦੇ ਨਰਾਇਣ ਦੱਤ ਤਿਵਾਰੀ, ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ, ND ਤਿਵਾਰੀ, ਬਿਲਕੁਲ ਉੱਤਰ ਪ੍ਰਦੇਸ਼ ਦੇ। ਹਾਂਜੀ, ਉਹ ਉੱਤਰਾਖੰਡ ਦੇ ਬਾਅਦ ਜਾ ਕੇ ਬਣੇ ਤੇ ਸਿਰਫ ਉਹੀ ਰਹੇ। ਕਹਿਣ ਦਾ ਮਤਲਬ ਕਿ ਉਹਨਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਆ, ਕਿਉਂਕਿ ਚਾਹੁੰਦੀ ਹੈ ਸਰਕਾਰ, ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਦਾ ਹਾਲ ਬੁਰਾ, ਤੇ ਉਹ ਚਾਹੁੰਦੇ ਆ ਕਿ ਹਰੀਸ਼ ਰਾਵਤ ਜਾ ਕੇ ਉੱਥੋਂ ਦੀ ਪੋਲਿਟਿਕਸ ਸੰਭਾਲਣ। ਹੁਣ ਆ ਗਏ ਪੰਜਾਬ ਤੇ, ਇਸੇ ਕਰਕੇ ਉਹ ਚਾਹੁੰਦੇ ਆ ਕਿ ਜਾਣ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਪਾਰਟੀ ਦਾ ਮਸਲਾ ਉਹ ਬਿਲਕੁਲ ਠੀਕ ਹੋ ਜੇ, ਤੇ ਚੰਗੇ ਜਿਹੜੇ ਰਵਾਇਤਾਂ ਪੈ ਕੇ ਪਾਰਟੀ ਆਪਸ ਤੇ ਜੁੜੇ, ਤੇ ਕੱਲ ਨੂੰ ਇਹ ਲੜਾਈ ਖਤਮ ਹੋ ਗਏ। ਇਹ ਉਹ ਚਾਹੁੰਦੇ ਆ। ਹੋਊਗਾ ਕਿ ਨਹੀਂ ਹੋਊਗਾ, ਇਹ ਬਾਤ ਦੀ ਗੱਲ ਆ। ਮੈਨੂੰ ਇਹ ਜ਼ਰੂਰ ਦੱਸਦੇ ਜਾਇਓ ਕਿ ਜੇਕਰ ਰਾਵਤ ਜੀ ਦੀਆਂ ਗੱਲਾਂ ਮੰਨ ਲਈਏ ਤਾਂ ਫਿਰ ਨਵਜੋਤ ਸਿੰਘ ਸਿੱਧੂ ਲਈ ਜਿਹੜਾ PPCC ਪ੍ਰਧਾਨਗੀ ਆ, ਉਤੋਂ ਥੱਲੇ ਤੱਕ ਕੋਈ ਗੱਲ ਬਣਦੀ ਨਹੀਂ। ਜੇ ਉਹ ਪ੍ਰਧਾਨਗੀ ਸਿੱਧੂ ਨੂੰ ਨਹੀਂ ਮਿਲਦੀ ਤੇ ਰਾਵਤ ਸਾਹਿਬ ਦਾ ਇਹ ਬਿਆਨ ਕਿਸ ਦਿਸ਼ਾ ਨੂੰ ਜਾਂਦਾ ਹੈ ਕਿ ਦੇਖ ਲਓ ਸਿੱਧੂ ਅੱਜ ਕੱਲ ਟਵੀਟ ਠੀਕ ਦਿਸ਼ਾ 'ਚ ਕਰ ਰਿਹਾ, ਕਿ ਉਹ ਫਿਰ ਡਾਇਰੈਕਸ਼ਨ ਬਦਲ ਸਕਦੀ ਹੈ? ਕਿਉਂਕਿ ਜਿਹੜੀ ਲੜਾਈ ਬਠਿੰਡੇ ਵਾਲੇ ਪਾਸਿਓਂ ਪਈ ਆ, ਉਹ ਸਿੱਧੂ ਨੂੰ ਵੀ ਸ਼ਾਇਦ ਵਾਰਾ ਖਾਂਦੀ ਹੋਊਗੀ ਕਿ ਇਸ ਵਾਰੀ ਮੈਨੂੰ ਅੱਗੇ ਹੋ ਕੇ ਲਈ ਲੜਨਾ ਪੈ ਰਿਹਾ, ਹਾਲਾਂਕਿ ਉਹ ਬੇਅਦਬੀ ਮਾਮਲਿਆਂ 'ਚ ਤੇ ਬਾਕੀ ਮਾਮਲਿਆਂ 'ਚ ਬਾਦਲ ਕਿਆਂ ਨੂੰ ਸਿੱਧਾ ਨਿਸ਼ਾਨੇ ਤੇ ਲੈ ਰਹੇ। ਸੋ ਲੜਾਈ ਮੁੱਕ ਜੂ, ਤੁਹਾਨੂੰ ਲੱਗਦਾ ਰਾਵਤ ਦੇ ਇਹ ਲਫ਼ਜ਼ ਸੰਕੇਤ ਕਰਦੇ ਆ ਕਿ ਲੜਾਈ ਮੁੱਕ ਚੁੱਕੀ ਆ, ਐਲਾਨ ਹੋਣਾ ਬਾਕੀ? ਦੇਖੋ, ਲੱਗ ਨਹੀਂ ਰਿਹਾ ਲੜਾਈ ਮੁੱਕੂਗੀ। ਇੱਕ ਥੋੜਾ ਰੰਧਾਵਾ ਜੀ, ਮੈਂ ਇੱਕ ਹੋਰ ਸੰਦਰਭ ਵੀ ਇੱਕ ਜਿਹੜਾ ਹੈਗਾ ਉਹ ਐਡ ਕਰਨਾ ਚਾਹੂੰਗਾ, ਉਹ ਜੋੜਨਾ ਚਾਹੂੰਗਾ। ਉਹ ਇਹ ਆ ਕਿ ਤੁਸੀਂ ਦੇਖੋ, ਜਿਹੜੇ ਸੁਨੀਲ ਜਾਖੜ ਦਾ ਜਿਹੜਾ ਅਕਸਾ ਉਹ ਵੀ ਬਹੁਤ ਚੰਗਾ, ਉਹ ਵਿਧਾਨ ਸਭਾ 'ਚ ਬਹੁਤ ਵਧੀਆ ਬੋਲਦੇ ਨੇ ਔਰ ਬੜੇ ਤੱਥਾਂ ਦੇ ਆਧਾਰ ਤੇ ਬੋਲਦੇ ਨੇ, ਔਰ ਬੜੇ ਮੈਚੁਰ ਪੋਲੀਟੀਸ਼ੀਅਨ ਮੰਨੇ ਜਾਂਦੇ ਨੇ, ਉਸ ਪਰਿਵਾਰ ਤੋਂ ਆਉਂਦੇ ਨੇ। ਅੱਛਾ, ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਸੀ ਕਿ ਵਿਜੇਂਦਰ ਸਿੰਗਲਾ ਨੂੰ ਲਾ ਦਿਓ, ਮਨੀਸ਼ ਤਿਵਾੜੀ ਨੂੰ ਲਾ ਦਿਓ, ਸਾਨੂੰ ਹਿੰਦੂ ਚਿਹਰਾ ਚਾਹੀਦਾ। ਤੇ ਕੀ ਸੁਨੀਲ ਜਾਖੜ ਹਿੰਦੂ ਚਿਹਰਾ ਨਹੀਂ ਹੈ? ਕਹਿਣ ਦਾ ਮਤਲਬ ਵੀ ਹਰ ਕੋਈ ਹਰ ਤਰ੍ਹਾਂ ਦਾ ਬਿਆਨ ਦਿੰਦਾ। ਤੇ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਆ, ਮੈਨੂੰ ਲੱਗਦਾ ਸੁਨੀਲ ਜਾਖੜ ਤਾਂ ਹਜੇ ਫੇਰ ਵੀ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦੇ ਆ। ਨਵਜੋਤ ਸਿੰਘ ਸਿੱਧੂ ਬਾਰੇ ਹਜੇ ਆਪਾਂ ਨੂੰ ਬਹੁਤ ਜ਼ਿਆਦਾ ਪਤਾ ਨਹੀਂ, ਕਿਉਂਕਿ ਜਿੰਨੀ ਦੇਰ ਤੱਕ ਦਾ ਉਹਨਾਂ ਦਾ ਪੋਲੀਟੀਕਲ ਜੀਵਨ ਆ, ਆਮ ਤੌਰ ਤੇ ਹਜੇ ਤੱਕ ਉਹਨਾਂ ਨੂੰ ਟੀਮ ਪਲੇਅਰ ਨਹੀਂ ਮੰਨਿਆ ਜਾ ਰਿਹਾ। ਉਹ ਟੀਮ ਨੂੰ ਲੈ ਕੇ ਨਾਲ ਚੱਲਣਾ ਉਹਨਾਂ ਲਈ ਇੱਕ ਬੜਾ ਵੱਡਾ ਚੈਲੰਜ ਹੋਏਗਾ। ਤਦ ਹੀ ਪਤਾ ਲੱਗੇਗਾ ਕਿ ਉਹ ਟੀਮ ਪਲੇਅਰ ਹੈਗੇ ਆ। ਉਹਨਾਂ ਨੂੰ ਬਾਹਰ ਨਿਕਲਣਾ ਪਊਗਾ, ਲੋਕਾਂ ਨੂੰ ਸੁਣਨਾ ਪਊਗਾ, ਲੋਕਾਂ ਨਾਲ ਉਹਨਾਂ ਨੂੰ ਮੀਟਿੰਗਾਂ ਬੈਠਕਾਂ ਕਰਨੀਆਂ ਪੈਣਗੀਆਂ, ਨਹੀਂ ਤਾਂ ਉਹਨਾਂ ਤੇ ਵੀ ਉਹੀ ਠੱਪਾ ਲੱਗ ਜਾਊਗਾ ਕਿ ਇਹ ਤਾਂ ਕਿਸੇ ਨੂੰ ਮਿਲਦੇ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਆਪਾਂ ਸੋਚਦੇ ਹਾਂ ਕਿ ਐਕਸੈਸਿਬਲ ਨਹੀਂ ਹੈ, ਇਹ ਤਾਂ ਆਪਣੇ MLA ਨੂੰ, ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ। ਨਵਜੋਤ ਸਿੰਘ ਸਿੱਧੂ ਲਈ ਇਹ ਰਾਹ ਜੇ ਹੋ ਜਾਂਦੀ ਹੈ, ਮੰਨ ਲਓ ਕਲੀਅਰ, ਜਾਂ ਉਹਨਾਂ ਨੂੰ ਥਾਪ ਦਿੱਤਾ ਜਾਂਦਾ, ਇਹ ਕੋਈ ਸੌਖੀ ਨਹੀਂ ਹੋਣੀ, ਬਹੁਤ ਔਖੀ ਹੋਣ ਜਾ ਰਹੀ ਹੈ ਜੇ ਇਸ ਤਰ੍ਹਾਂ ਹੁੰਦਾ ਤਾਂ। ਰਾਵਤ ਨੇ ਜੋ ਕਿਹਾ ਕਿ ਕੈਪਟਨ ਅਮਰਿੰਦਰ ਨੇ ਮੀਟਿੰਗ ਤੋਂ ਬਾਅਦ ਜੋ ਪ੍ਰੈਸ ਨੂੰ ਕਿਹਾ ਉਹ ਬਹੁਤ ਬਿਹਤਰ ਹੈ। ਇਹਦਾ ਮਤਲਬ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਬ੍ਰੇਨ 'ਚ ਕਿਤੇ ਪਾਰਟੀ ਡਿਸਪਲਿਨ ਨੂੰ ਲੈ ਕੇ ਦੋਨਾਂ 'ਚ ਕੰਪੈਰੀਜ਼ਨ ਵੀ ਆਇਆ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਪਾਰਟੀ ਨੂੰ ਪ੍ਰਮੁੱਖਤਾ ਨਾਲ ਅੱਗੇ ਰੱਖ ਰਹੇ ਆ, ਲੇਕਿਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਲਗਾਤਾਰ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਿਹਾ। ਤੁਹਾਨੂੰ ਲੱਗਦਾ ਕਿ ਹਾਲਾਤ ਉਦੋਂ ਬਦਲ ਗਏ ਜਦੋਂ ਡਿਸਪਲਿਨ ਨੰਬਰ 1 ਤੇ ਆ ਗਿਆ ਤੇ ਸੀਨੀਅਰ ਲੀਡਰਸ਼ਿਪ ਵਿੱਚ ਆ ਗਈ? ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਤੋਂ ਨਿਕਲ ਕੇ ਗੱਲ 3 ਮੈਂਬਰੀ ਪੈਨਲ ਔਰ ਸੋਨੀਆ ਗਾਂਧੀ ਤੱਕ ਸੀਮਤ ਹੋ ਗਈ, ਤਾਂ ਉਸ ਵੇਲੇ ਪੁਰਾਣੀ ਟਾਈਮ ਟੈਸਟਡ ਲੀਡਰਸ਼ਿਪ ਜਿਹੜੀ ਆ ਉਹ ਤਰਜੀਹ ਤੇ ਆ ਗਈ। ਜੀ ਬਿਲਕੁਲ। ਮੈਂ ਇਨਫੈਕਟ ਰਾਵਤ ਸਾਹਿਬ ਨੂੰ ਮੈਂ ਇਹ ਵੀ ਪੁੱਛਿਆ ਸੀ, ਮੈਂ ਕਿਹਾ ਜੀ ਤੁਸੀਂ ਤਾਂ 8-10 ਜੁਲਾਈ ਕਹਿੰਦੇ ਸੀ, ਇੰਨਾ ਡਿਲੇ ਕਿਉਂ ਹੋ ਰਿਹਾ? ਕੀ ਕੱਲ ਤੁਸੀਂ ਕੋਈ ਆਮ ਸਹਿਮਤੀ ਨਹੀਂ ਤੁਹਾਡੇ ਅੰਦਰ ਬਣ ਰਹੀ, ਜਾਂ ਆਪਸ ਦੇ ਵਿੱਚ ਇੱਕ ਮਤ ਨਹੀਂ ਬਣ ਰਿਹਾ? ਤੇ ਮੈਨੂੰ ਉਹਨਾਂ ਨੇ ਕਿਹਾ ਕਿ ਦੇਖੋ ਮਨਪ੍ਰੀਤ, ਗੱਲ ਇਸ ਤਰ੍ਹਾਂ ਹੈ, ਕਹਿੰਦੇ ਕਿ ਬਹੁਤ ਸਾਰੀਆਂ ਸਟੇਟਸ ਨੂੰ ਸਾਨੂੰ ਸੁਣਨਾ ਪੈ ਰਿਹਾ, ਕਿਉਂਕਿ ਜੇ ਅਸੀਂ ਇਕੱਲੇ ਪੰਜਾਬ ਨੂੰ ਤਰਜੀਹ ਦਿੰਨੇ ਆ ਜਾਂ ਸਿਰਫ ਪੰਜਾਬ ਨੂੰ ਹੀ ਪਹਿਲ ਦਿੰਨੇ ਆ, ਤੇ ਜਿਹੜੀਆਂ ਬਾਕੀਆਂ ਸਟੇਟਾਂ ਦੇ ਮਸਲੇ ਆ ਜਾਂ ਬਾਕੀ ਸੂਬਿਆਂ ਦੇ, ਉਹ ਕਿਤੇ ਨਾ ਕਿਤੇ ਖਿਲਰ ਜਾਂਦੇ ਆ, ਸਾਨੂੰ ਉਹਨਾਂ ਨੂੰ ਵੀ ਸੁਣਨਾ ਪੈਂਦਾ, ਇਸ ਕਰਕੇ ਵੀ ਡਿਲੇ ਹੋਇਆ।
ਮੈਂ ਇਸੇ ਕਰਕੇ ਚਾਹੁੰਦਾ ਸੀ ਕਿ ਜੇ ਮੈਂ ਕੋਈ ਬਿਆਨ ਦਿੱਤਾ ਤੇ ਮੈਂ ਉਸ ਤੇ ਖਰਾ ਉਤਰਾਂ, ਸਾਡੀ ਹਾਈ ਕਮਾਂਡ ਖਰੀ ਉਤਰੇ। ਇਸੇ ਕਰਕੇ ਕਹਿੰਦੇ ਮੈਂ ਤੁਹਾਡੇ ਨਾਲ ਵੀ ਗੱਲ ਕਰ ਪਾ ਰਿਹਾ, ਤੇ ਦੂਸਰੇ ਜਿਹੜੇ ਜੇ ਕੋਈ ਅਖਬਾਰ ਦਾ ਕੋਈ ਨੁਮਾਇੰਦਾ ਮੇਰੇ ਨਾਲ ਗੱਲ ਕਰਦਾ ਤੇ ਮੈਂ ਉਹਦੇ ਨਾਲ ਗੱਲ ਕਰਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਚਾਹੁੰਦੇ ਹਾਂ, ਕਿਉਂਕਿ ਬਹੁਤ ਦੇਰ ਤੋਂ ਮੀਡੀਆ ਸਾਡੇ ਮਗਰ ਲੱਗਾ ਹੋਇਆ। ਹਾਂ, ਜਿੱਥੇ ਤੱਕ ਗੱਲ ਆ ਗਈ ਨਵਜੋਤ ਸਿੰਘ ਸਿੱਧੂ ਦੀ, ਦੇਖੋ ਦੋਨਾਂ ਪਾਸੇ ਇਸ ਟਾਈਮ ਜੋ ਮੈਨੂੰ ਉਹਨਾਂ ਦੀ ਗੱਲਬਾਤ ਦਾ ਲਬੋ ਲਬਾਬ ਜੋ ਨਜ਼ਰ ਆਇਆ, ਉਹ ਇਹ ਆਇਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਉਹ ਬਹੁਤ ਜ਼ਿਆਦਾ ਐਕਸਪੀਰੀਅੰਸ ਨੇ, 2 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ, ਜੇ ਇੱਕੋ ਦਮ ਉਹਨਾਂ ਨੂੰ ਪਾਸੇ ਕਰਦੇ ਆ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨੇ ਅੱਗੇ, ਤੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕਹੀ ਆ, ਜਿਹੜੀ ਅਨੁਸ਼ਾਸਨਹੀਨਤਾ, ਇਨਡਿਸਪਲਿਨ ਆ ਪਾਰਟੀ ਦੇ ਵਿੱਚ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਤਰ੍ਹਾਂ ਦਾ ਇਨਕਰੇਜਿੰਗ ਜਿਹੜੇ ਸਾਈਨ ਜਾਣਗੇ, ਜਾਂ ਉਹਨੂੰ ਇੱਕ ਤਰ੍ਹਾਂ ਦਾ ਵਧਾਵਾ ਮਿਲੂਗਾ। ਉਹਨੂੰ ਇੱਕ ਤਰ੍ਹਾਂ ਦਾ ਇਹ ਲੱਗੇਗਾ ਲੋਕਾਂ ਨੂੰ ਵੀ ਇਹਨਾਂ ਨਾਲ ਹਾਈ ਕਮਾਂਡ ਨਾਲ ਕਿਸੇ ਤਰ੍ਹਾਂ ਦੇ ਵੀ ਜਦੋਂ ਮਰਜ਼ੀ ਬਗਾਵਤ ਕਰ ਦੋ, ਤੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਅਹੁਦਾ ਲੈ ਲਓ। ਇਸ ਤਰ੍ਹਾਂ ਦੇ ਸਿਗਨਲ ਉਹ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਸੂਬੇ ਨੂੰ। ਇਸੇ ਕਰਕੇ ਸਾਰੀਆਂ ਚੀਜ਼ਾਂ ਦਾ, ਸਾਰੇ ਮਤਾਂ ਦਾ, ਹਰ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਜੀ। ਮਨਪ੍ਰੀਤ ਜੀ, ਇੱਕੋ ਹੀ ਸਵਾਲ ਇਹਦੇ 'ਚ ਹੁਣ ਖੜਾ ਰਹਿ ਗਿਆ, ਜਿਹੜਾ ਅਸੀਂ 1 ਮਿੰਟ 'ਚ ਨਿਬੇੜਾਂਗੇ ਤੁਹਾਡੇ ਨਾਲ, ਕਿ ਜੇਕਰ ਮੰਨ ਲਓ ਕਾਂਗਰਸ ਦੀ ਗੱਲ ਕਰੀਏ, ਉਹ ਤਾਂ ਇਹ ਸਾਰੀ ਹੋ ਗਈ ਜਿਸ ਸਾਂਚੇ 'ਚ ਤੁਸੀਂ ਦੱਸਦੇ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨਜ਼ਰੀਓਂ ਪੰਜਾਬ ਮਾਈਨਸ ਲੱਗਦਾ ਹੈ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁਹਾਂਦਰੇ ਤੋਂ ਬੋਲਦਾ ਹੈ ਤੇ ਬੋਲਦਾ ਕਾਂਗਰਸ ਦੇ ਵਿੱਚ ਹੈ। ਜੇ ਇਸ ਵੇਲੇ ਉਹ 18 ਨਿਕਾਤੀ ਪ੍ਰੋਗਰਾਮ ਦੀ ਗੱਲ ਕਰੀਏ ਤੇ ਉਹਦੇ 'ਚ ਸਭ ਤੋਂ ਪ੍ਰਮੁੱਖਤਾ ਸੀਗੀ ਇਹਨਾਂ ਦਿਨਾਂ ਦੀ ਬਿਜਲੀ ਦੀ, ਤੇ ਭਗਵੰਤ ਮਾਨ ਨੇ ਜਿਹੜੇ ਦੋਸ਼ ਲਾਤੇ ਬਿਜਲੀ ਨਾਲ ਸੰਬੰਧਿਤ ਕਿ ਕੇਂਦਰੀ ਹਾਈ ਕਮਾਂਡ ਨੂੰ ਪੈਸੇ ਮਿਲਦੇ ਰਹੇ। ਹਾਈ ਕਮਾਂਡ ਦਾ ਮਤਲਬ ਇਹਨਾਂ ਦੇ ਅਫੀਸ਼ੀਅਲ ਖਾਤਿਆਂ ਦੇ ਵਿੱਚ ਉਹ ਪਾਰਟੀਆਂ, ਕੰਪਨੀਆਂ ਪੈਸੇ ਦਿੰਦੀਆਂ ਰਹੀਆਂ। ਐਸੀ ਸਥਿਤੀ ਦੇ ਵਿੱਚ ਪੰਜਾਬ ਤਾਂ ਕਿਤੇ ਨਹੀਂ ਖੜਦਾ ਫਿਰ ਨਾ। ਇਹ ਤਾਂ ਉਹੀ ਰਾਜਨੀਤੀ ਆ ਜਿਹੜੀ ਨੈਸ਼ਨਲ ਪੱਧਰ ਤੇ ਆਲਰੇਡੀ ਹੁੰਦੀ ਆ। ਸੋ ਜਿਨ੍ਹਾਂ ਨੇ ਨੈਸ਼ਨਲ ਪੱਧਰ ਤੇ ਹਿੱਤ ਸਾਧੇ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਆਪਣੇ ਹਿੱਤ ਸੁਰੱਖਿਅਤ ਕਰ ਲਏ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਰਾਜਨੀਤੀ ਆ ਸਿੱਧੂ ਲਈ ਵਾਰਾ ਖਾਂਦੀ ਆ? ਜੇ ਉਹਨੂੰ ਢੰਗ ਦਾ ਐਡਜਸਟਮੈਂਟ ਨਾ ਮਿਲਿਆ ਤਾਂ ਉਹ ਇਹਨਾਂ ਮਾਮਲਿਆਂ ਤੇ ਕਵਿਟ ਕਰੂਗਾ। ਬੜਾ ਅਹਿਮ ਸਵਾਲ ਹੈ ਇਹ, ਮੈਂ ਤੁਹਾਨੂੰ ਦੱਸਦਾ, ਕਿਉਂਕਿ ਦੇਖੋ ਇਹ ਕਿਤੇ ਨਾ ਕਿਤੇ ਪਾਰਟੀ ਦੇ ਫੰਡਾਂ ਨਾਲ ਜੁੜਿਆ। ਹਰ ਪਾਰਟੀ ਨੇ ਚੋਣ ਲੜਨੀ ਹੈ, ਸੰਨ 2022 ਵਾਲੀ ਵੀ ਲੜਨੀ ਹੈ ਤੇ ਸੰਨ 2024 ਵਾਲੀ ਵੀ ਲੜਨੀ ਹੈ। ਪਾਰਟੀ ਨੂੰ ਫੰਡ ਵੀ ਆਉਣੇ ਆ, ਔਰ ਪਾਰਟੀ ਨੇ ਇੰਡਸਟਰੀਅਲਿਸਟਸ ਤੋਂ ਜਾਂ ਬਿਜ਼ਨਸਮੈਨਾਂ ਤੋਂ, ਵਪਾਰੀਆਂ ਤੋਂ, ਧਨਾਢਾਂ ਤੋਂ ਪੈਸੇ ਵੀ ਲੈਣੇ ਆ ਜੀ। ਆਪਸ ਦੇ ਵਿੱਚ ਇੱਕ ਬੈਲੈਂਸ ਬਿਠਾਉਣਾ ਬਹੁਤ ਜ਼ਰੂਰੀ ਆ। ਪਾਰਟੀਆਂ ਨੂੰ ਇਸ ਤਰ੍ਹਾਂ ਲੱਗਦਾ, ਅਸੀਂ ਨਹੀਂ ਕਹਿ ਰਹੇ, ਪਾਰਟੀਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਅਸੀਂ ਹੁਣ ਆਮ ਤੌਰ ਤੇ ਰਾਹੁਲ ਗਾਂਧੀ ਬਾਰੇ ਇਹ ਕਿਹਾ ਜਾਂਦਾ ਜਦੋਂ ਉਹ ਅਡਾਨੀ ਤੇ ਅੰਬਾਨੀ ਦੀ ਗੱਲ ਕਰਦੇ ਆ ਕਿ ਕੀ ਇਹ ਐਂਟੀ ਇੰਡਸਟਰੀਅਲਿਸਟ ਨੇ ਜਾਂ ਵੱਡੇ ਧਨਾਢਾਂ ਦੇ ਖਿਲਾਫ ਨੇ, ਕੀ ਵਪਾਰੀਆਂ ਤੇ ਉਹਨਾਂ ਨੂੰ ਕਈ ਵਾਰੀ ਸਪਸ਼ਟੀਕਰਨ ਦੇਣਾ ਪਿਆ ਕਿ ਨਹੀਂ, ਮੈਂ ਉਹਨਾਂ ਦੇ ਖਿਲਾਫ ਨਹੀਂ ਆ, ਮੈਂ ਕ੍ਰੋਨੀ ਕੈਪੀਟਲਿਜ਼ਮ ਦੇ ਖਿਲਾਫ ਆ, ਯਾਨੀ ਕਿ ਕੁਝ ਚੰਦ ਵਪਾਰੀਆਂ ਦਾ ਕਿਸੇ ਨਾਲ ਖਾਸ ਜੁੜ ਜਾਣਾ, ਮੈਂ ਉਹਦੇ ਖਿਲਾਫ ਆ। ਇਹ ਜਿਹੜਾ ਮੈਸੇਜ ਆ, ਜਦੋਂ ਤੁਸੀਂ ਪਾਵਰ ਪਰਚੇਜ਼ ਐਗਰੀਮੈਂਟਸ ਦੀ ਵੀ ਗੱਲ ਕਰਦੇ ਹੋ, ਤੇ ਜਿਹੜੀਆਂ ਕੱਲ ਨੂੰ ਹੋਰ ਵੀ ਸਮਝੌਤੇ ਹੋਣੇ ਆ, ਹੋਰ ਸਾਡੇ ਇੱਥੇ ਇੰਡਸਟਰੀ ਆਉਣੀ ਆ। ਤੁਹਾਨੂੰ ਯਾਦ ਹੋਣਾ ਪੰਜਾਬ ਇੱਕ ਸਮਿਟ ਕਰਦਾ ਹੁੰਦਾ ਜਿਹਦੇ ਸਾਰੀਆਂ ਇੰਡਸਟਰੀਆਂ ਬੁਲਾਈਆਂ ਜਾਂਦੀਆਂ ਤੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਆ ਮੁੱਖ ਮੰਤਰੀ ਵੱਲੋਂ, ਜਦੋਂ ਸੁਖਬੀਰ ਸਿੰਘ ਬਾਦਲ ਸੀ ਡਿਪਟੀ ਮੁੱਖ ਮੰਤਰੀ, ਉਹਨਾਂ ਵੱਲੋਂ ਕਿ ਸਾਡੇ ਇੱਥੇ ਆ ਕੇ ਪੰਜਾਬ ਦੇ ਵਿੱਚ ਨਿਵੇਸ਼ ਕਰੋ, ਇਨਵੈਸਟਮੈਂਟ ਕਰੋ। ਜਦੋਂ ਇਸ ਤਰ੍ਹਾਂ ਦੇ ਸਿਗਨਲ ਜਾਣਗੇ ਕਿ ਕੋਈ ਤੁਸੀਂ ਇੱਕ ਵਾਰੀ ਤਾਂ ਸਮਝੌਤਾ ਕਰ ਲਓਗੇ, ਅਗਲੀ ਵਾਰੀ ਆ ਕੇ ਰੱਦ ਕਰ ਦੋਗੇ, ਉਹ ਕੋਈ ਵਧੀਆ ਸਿਗਨਲ ਨਹੀਂ ਜਾਣਗੇ। ਸੋ ਮੇਰਾ ਕਹਿਣ ਦਾ ਮਤਲਬ ਇਹਦੇ ਵਿੱਚ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਅਸੀਂ ਰੋਜ਼ਗਾਰ ਪੈਦਾ ਕਰਨੇ, ਇੰਡਸਟਰੀ ਸਾਡੇ ਆਉਣੀ ਚਾਹੀਦੀ ਆ, ਇਹ ਸੁਨੇਹਾ ਜਾਣਾ ਬਹੁਤ ਜ਼ਰੂਰੀ ਆ। ਦੂਸਰਾ, ਇੰਡਸਟਰੀਅਲਿਸਟ ਨੂੰ ਇਹ ਸੁਨੇਹਾ ਜਾਣਾ ਬਹੁਤ ਜ਼ਰੂਰੀ ਆ ਕਿ ਇਹ ਨਹੀਂ ਹੈ ਵੀ ਇੱਕ ਸਰਕਾਰ ਸਮਝੌਤੇ ਕਰਦੀ ਆ, ਦੂਸਰੀ ਆ ਕੇ ਰੱਦ ਕਰ ਦਿੰਦੀ ਆ। ਤੀਸਰਾ, ਇਹ ਜਿਹੜੀਆਂ ਪਾਰਟੀਆਂ ਵੱਲੋਂ ਸੁਨੇਹੇ ਜਾਣੇ ਜ਼ਰੂਰੀ ਆ ਇੰਡਸਟਰੀ ਨੂੰ ਕਿ ਸਾਨੂੰ ਪੈਸਾ ਦਿਓ, ਅਸੀਂ ਤੁਹਾਡੇ ਖਿਲਾਫ ਨਹੀਂ ਆ। ਸੋ ਕਈ ਪਾਸੇ ਜਿਹੜੀ ਹੈ ਮਲਟੀ ਪ੍ਰੋਂਗਡ ਸਟ੍ਰੈਟਜੀ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਕਈ ਤਰ੍ਹਾਂ ਦੀਆਂ ਇਹਦੇ ਵਿੱਚ ਵਿਉਂਤਬਾਜ਼ੀਆਂ ਚੱਲਦੀਆਂ ਨੇ, ਕਈ ਤਰ੍ਹਾਂ ਦੀਆਂ ਯੋਜਨਾਵਾਂ ਹੁੰਦੀਆਂ ਨੇ, ਕਈ ਤਰ੍ਹਾਂ ਦੀ ਸੋਚ ਹੁੰਦੀ ਹੈ ਜੀ। ਬੇਸਿਕਲੀ ਜਦੋਂ ਸੰਵਿਧਾਨਕ ਤੌਰ ਤੇ ਚੋਣ ਕਮਿਸ਼ਨ ਵਰਗੇ ਅਦਾਰਿਆਂ ਵੱਲੋਂ ਕੁਝ ਨਿਯਮ ਤੈਅ ਕਰਤੇ ਜਾਂਦੇ ਆ ਪਾਰਟੀਆਂ ਲਈ ਫੰਡ ਲੈਣ ਸੰਬੰਧੀ ਚ, ਬਾਕੀ ਉਹਦੇ ਤੇ ਸਾਡੀ ਕੋਈ ਟਿੱਪਣੀ ਨਹੀਂ। ਲੇਕਿਨ ਜਿਨ੍ਹਾਂ ਅਸੂਲਾਂ ਤੇ ਤੁਸੀਂ ਲੜਾਈ ਲੜ ਰਹੇ ਹੁੰਦੇ ਹੋ, ਜੇ ਉਹਨਾਂ ਅਸੂਲਾਂ ਦੇ ਖਿਲਾਫ ਤੁਸੀਂ ਵਰਕ ਕਰ ਰਹੇ ਹੁੰਦੇ ਹੋ, ਤਾਂ ਇਹਨੂੰ ਦੋਹਰੇ ਮਾਪਦੰਡ ਨਹੀਂ ਤਾਂ ਹੋਰ ਕੀ ਕਿਹਾ ਜਾਊਗਾ। ਸਿੱਧੂ ਇਹਨਾਂ ਦੋਹਰੇ ਮਾਪਦੰਡਾਂ ਦੇ ਖਿਲਾਫ ਮੈਦਾਨ 'ਚ ਨਿੱਤਰੇ ਰਹੇ ਆ, ਹੁਣ ਉਹ ਕਿਹੜੇ ਮੂੰਹ ਨਾਲ ਅੱਗੇ ਜਾਣਗੇ। ਸੋ ਜੇ ਉਹਨਾਂ ਨੂੰ ਐਡਜਸਟਮੈਂਟ ਨਹੀਂ ਮਿਲਦੀ, ਉਹ ਕਵਿਟ ਕਰਨ ਲਈ ਇਹ ਹੀ ਇੱਕ ਸਕੇਪ ਰੂਟ ਭਾਲਦੇ ਹੋਣਗੇ, ਜਾਂ ਉਹਨਾਂ ਨੇ ਤੈਅ ਕਰ ਲਿਆ ਹੋਊਗਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਿਹੜੀ ਗੱਲ ਮਨਪ੍ਰੀਤ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਿਜ਼ਨਸਮੈਨ ਨੇ ਉਹ ਸੁਰੱਖਿਆ ਚਾਹੁੰਦੇ ਆ, ਸਮਾਜਿਕ ਤੇ ਪ੍ਰਸ਼ਾਸਨਿਕ, ਉਹ ਚਾਹੁੰਦੇ ਆ ਕਿ ਸਾਡੇ ਬਿਜ਼ਨਸ ਜਿਹੜੇ ਆ ਉਹ ਸੁਰੱਖਿਅਤ ਹੱਥਾਂ 'ਚ ਹੋਣ। ਲੇਕਿਨ ਇਹ ਠੀਕ ਹੈ ਕਿ ਸਟੇਟ ਦੇ ਹਿੱਤ
ਜਿਹੜੇ ਸਟੇਟ ਦੇ ਕਸਟੋਡੀਅਨ ਪੋਲੀਟੀਸ਼ੀਅਨ ਲੋਕਾਂ ਨੇ ਚੁਣੇ ਆ, ਉਹਨਾਂ ਨੇ ਉਹ ਸਾਧਣੇ ਆ, ਉਹਨਾਂ ਨੇ ਉਹਨਾਂ ਦੀ ਰੱਖਿਆ ਕਰਨੀ ਆ, ਸਟੇਟ ਦੇ ਹਿੱਤ, ਲੋਕਾਂ ਦੇ ਹਿੱਤ। ਜਿਹੜਾ ਵਪਾਰੀ ਆ ਉਹਨੇ ਆਪਣੇ ਪ੍ਰੋਫਿਟ ਨੂੰ ਦੇਖਣਾ ਹੈ। ਲੇਕਿਨ ਪੰਜਾਬ ਦਾ ਦੁਖਾਂਤ ਇਹ ਆ ਕਿ ਸਾਡੇ ਪੋਲੀਟੀਸ਼ੀਅਨ ਵਪਾਰੀ ਬਣ ਗਏ। ਸਾਡੇ ਕਿਸੇ ਪੋਲੀਟੀਸ਼ੀਅਨ ਨੂੰ ਕਿਸੇ ਕੰਪਨੀ ਦੇ ਘਾਟੇ ਵਾਧੇ ਜਾਂ ਉਹਦੇ ਨਾਲ ਲੈਣ ਦੇਣ ਨਹੀਂ, ਉਹਨਾਂ ਨੂੰ ਆਪਣੇ ਲੋਕਾਂ ਨਾਲ ਲੈਣ ਦੇਣ ਹੋਣਾ ਚਾਹੀਦਾ ਹੈ। ਜੇ ਕਿਤੇ ਕੋਈ ਕੰਪਨੀ ਗਲਤ ਕਰ ਰਹੀ ਆ, ਅਨੈਤਿਕ ਕਰ ਰਹੀ ਆ, ਤੇ ਉਹਨੂੰ ਰੋਕਣ ਜੋਗੇ ਹੋਣ, ਇਹ ਬਣਦਾ ਹੈ ਕਸਟੋਡੀਅਨ ਹੋਣ ਦੀ ਹੈਸੀਅਤ। ਪਰ ਜੇ ਕਿਸੇ ਦੀਆਂ ਬੱਸਾਂ ਆਪਣੀਆਂ ਘਰ ਰੋਕ ਗਈਆਂ ਜਾਂ ਕਾਰੋਬਾਰ ਰੋਕ ਗਏ, ਉਹ ਨਹੀਂ ਰੋਕੂਗਾ। ਉਹ ਸਟੇਟ ਦੇ ਹਿੱਤ ਭਾਵੇਂ ਜਾਣ ਖੂਚ, ਭਾਵੇਂ ਲੋਕਾਂ ਦੇ ਹਿੱਤ ਜਾਣ ਟੱਠੇ ਖੂਚ, ਉਹ ਨਹੀਂ ਜਾਊਗਾ। ਸੋ ਸਾਡੀ ਤਰਾਸਦੀ ਆ ਕਿ ਸਾਡੇ ਪੋਲੀਟੀਸ਼ੀਅਨ ਵਪਾਰੀ ਬਣ ਗਏ, ਸਾਡੇ ਰਾਜੇ ਵਪਾਰੀ ਬਣ ਗਏ। ਇਹ ਦੁਖਾਂਤ ਆ। ਸਿੱਧੂ ਨੂੰ ਇੱਥੇ ਆਪਣੇ ਦੋਹਰੇ ਮਿਆਰ ਇੱਕ ਲਾਈਨ ਤੇ ਰੱਖਣੇ ਪੈਣਗੇ ਕਿ ਇਸ ਵਾਰੀ ਫਿਰ ਨਾ ਹੋਵੇ ਕਿ ਬੋਲਣਾ ਰਵਾਇਤ ਦੇ ਖਿਲਾਫ, ਰਵਾਇਤੀ ਪੋਲੀਟਿਕਸ ਦੇ ਖਿਲਾਫ, ਤੇ ਰਹਿਣਾ ਵੀ ਰਵਾਇਤ ਦੇ ਨਾਲ, ਤੇ ਰਵਾਇਤੀ ਪੋਲੀਟਿਕਸ ਦੇ ਨਾਲ ਨਾਲ ਤੁਰਨਾ। ਮੈਂ ਅਗਲਾ ਸਵਾਲ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜ, ਨਹੀਂ ਮੈਂ ਰੁਕ ਜਾਵਾਂ ਇੱਕ ਪਲ, ਕਾਂਗਰਸ ਦਾ ਨਿਬੇੜ ਲਈਏ। ਮੈਨੂੰ ਉਹ ਜਾਂਦੇ ਜਾਂਦੇ ਦੱਸ ਦਿਓ ਕਿ ਮਨਪ੍ਰੀਤ ਬਾਦਲ ਨੂੰ ਨਿਸ਼ਾਨੇ ਤੇ ਲੈਣ ਵਾਲੇ ਰਾਜਾ ਵੜਿੰਗ ਦੇ ਨਾਲ ਕੌਣ ਕੌਣ ਆ ਖਲੋਤਾ। ਇਹ ਫਹਿਰਿਸਤ ਲੰਬੀ ਹੋ ਗਈ। ਸੁਣਿਆ ਮਨਪ੍ਰੀਤ ਵਾਲੇ ਪਾਸਿਓਂ ਤਾਂ ਕਿਸੇ ਨੇ ਹੁੰਗਾਰਾ ਨਹੀਂ ਭਰਿਆ, ਤੇ ਉਹਨਾਂ ਦੇ ਹੱਕ 'ਚ ਕਿਸੇ ਨੇ ਹਾ ਦਾ ਨਾਰਾ ਵੀ ਨਹੀਂ ਮਾਰਿਆ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ। ਲੇਕਿਨ ਦੂਜੇ ਬੰਨੇ ਕਤਾਰ ਲੰਬੀ ਹੋ ਗਈ। ਦੱਸਿਓ ਜੀ। ਰੰਧਾਵਾ ਜੀ, ਦੇਖੋ ਤੁਹਾਨੂੰ ਯਾਦ ਹੋਣਾ, ਪਹਿਲਾਂ ਸਰੂਪ ਚੰਦ ਸਿੰਗਲਾ ਜਿਹੜੇ ਸਾਬਕਾ MLA ਨੇ ਅਕਾਲੀ ਦਲ ਦੇ, ਉਹਨਾਂ ਨੇ ਮੋਰਚਾ ਖੋਲਿਆ ਸੀ ਥੋੜੇ ਦਿਨ ਪਹਿਲਾਂ। ਉਹਨਾਂ ਨੇ ਕਿਹਾ ਸੀ ਕਿ ਇਹ ਰੇਤਾ ਜਿਹੜੀ ਚੱਕ ਰਹੇ ਨੇ, ਜਿਹੜਾ ਬੰਦ ਪਿਆ ਥਰਮਲ ਪਲਾਂਟ ਬਠਿੰਡੇ ਦੇ ਵਿੱਚ, ਉਹ ਮੁੱਦਾ ਉੱਭਰਿਆ। ਖੈਰ, ਉਹਨੂੰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਏ ਜਾਂ ਇਹਨਾਂ ਸਾਰਿਆਂ ਨੇ, ਸੁਖਜਿੰਦਰ ਸਿੰਘ ਰੰਧਾਵਾ ਹੋਏ, ਇਹਨਾਂ ਸਾਰਿਆਂ ਨੇ ਟਵੀਟ ਕਰਕੇ, ਕਿਉਂਕਿ ਉਹਨਾਂ ਨੇ ਟਵੀਟ ਕਰਕੇ ਇਹ ਗੱਲ ਕਹੀ ਸੀ ਤੇ ਉਹਨੂੰ ਟਵੀਟ ਕੀਤਾ ਗਿਆ, ਉਹਦੀ ਇਨਕੁਆਇਰੀ ਵੀ ਖੁੱਲ ਗਈ ਆ। ਹੁਣ ਇਹ ਦੂਸਰੀ ਵਾਰੀ ਆ ਜਦੋਂ ਇੱਕ ਪਾਸੇ ਤਾਂ ਜਿਹੜਾ ਇੱਕ ਫਰੰਟ ਆ ਕਾਂਗਰਸ ਦਾ ਖੁੱਲਾ ਹੋਇਆ, ਹਾਈ ਕਮਾਂਡ ਉਹਨੂੰ ਕੋਸ਼ਿਸ਼ ਕਰ ਰਹੀ ਹੈ ਹੱਲ ਕਰਨ ਦੀ, ਉਹਨੂੰ ਨਿਬੇੜਨ ਦੀ, ਪਰ ਦੂਸਰਾ ਫਰੰਟ ਖੁੱਲ ਗਿਆ। ਪਹਿਲਾਂ ਮਾਝੇ ਤੋਂ ਖੁੱਲਿਆ ਸੀ ਤੇ ਹੁਣ ਮਾਲਵੇ ਚੋਂ ਖੁੱਲ ਗਿਆ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਹੋਰ ਟਵੀਟ ਕਰਕੇ ਲੋਕਾਂ ਨੂੰ, ਸਾਰਿਆਂ ਨੂੰ ਜਾਣਕਾਰੀ ਦੇਣ ਦੀ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਬਾਦਲ ਨੇ ਜੀ, ਨੂੰ ਚੈੱਕ ਵੰਡ ਰਹੇ ਨੇ, ਔਰ 15 ਲੱਖ ਤੋਂ ਵੀ ਵੱਧ ਦੇ ਚੈੱਕ ਉਹਨਾਂ ਨੇ ਵੰਡਤੇ ਆ। ਕਹਿਣ ਦਾ ਮਤਲਬ ਆ ਕਿ ਉਹ ਅਕਾਲੀਆਂ ਨੂੰ ਜਾਂ ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ। ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਯਾਦ ਕਰਾਦਾ। ਇੱਕ ਵਾਰੀ ਰੰਧਾਵਾ ਜੀ ਆਪਣੀ ਡਿਸਕਸ਼ਨ ਹੋਈ ਸੀ ਕਿ ਕੀ ਮਨਪ੍ਰੀਤ ਬਾਦਲ ਦਾ ਦਾਅ ਲੱਗ ਸਕਦਾ, ਤੇ ਮੈਂ ਤੁਹਾਨੂੰ ਕਿਹਾ ਸੀ ਕਿ ਉਹਨਾਂ ਦਾ ਬਾਦਲ ਪਰਿਵਾਰ ਦੇ ਵਿੱਚੋਂ ਹੋਣਾ, ਇਸੇ ਗੱਲ ਦਾ ਉਹਨਾਂ ਦਾ ਕਦੇ ਦਾਅ ਨਹੀਂ ਲੱਗਿਆ ਕਿ ਜਦੋਂ ਵੀ ਉਹ ਮੂਹਰਲੀ ਕਤਾਰ ਚ ਆਉਣਗੇ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਪੋਜੀਸ਼ਨ ਮਿਲਣ ਦੀ ਜਦੋਂ ਆਸ ਹੋਏਗੀ ਜਾਂ ਕਿਸੇ ਤਰ੍ਹਾਂ ਦਾ ਪਾਰਟੀ ਹਾਈ ਕਮਾਂਡ ਦਾ ਮਨ ਹੋਏਗਾ, ਤੇ ਉਹਨਾਂ ਨੂੰ ਬਾਦਲਾਂ ਦੇ ਨਾਲ ਜੋੜ ਕੇ ਹਮੇਸ਼ਾ ਹੀ ਵੱਖ ਕਰ ਦਿੱਤਾ ਜਾਏਗਾ। ਸ਼ੱਕ ਦੀ ਨਜ਼ਰ ਹਮੇਸ਼ਾ ਉਹਨਾਂ ਤੇ ਰਹੇਗੀ ਕਿ ਕੀ ਹੁਣ ਬਾਦਲ ਆਪਣੀ ਪਾਰਟੀ ਦਾ ਤਾਂ ਕਬਜ਼ਾ ਹੈ ਹੀ ਆ, ਕੀ ਹੁਣ ਕਾਂਗਰਸ ਤੇ ਵੀ ਕਬਜ਼ਾ ਕਰ ਲੈਣਗੇ। ਸੋ ਇਸੇ ਕਰਕੇ ਤੁਸੀਂ ਦੇਖੋ, ਉਹਨਾਂ ਨੇ ਇੱਕ ਤਾਂ ਇਹ ਗੱਲ ਕਹਿਤੀ। ਇਸੇ ਚੀਜ਼ ਨੂੰ ਰਵਨੀਤ ਬਿੱਟੂ ਜਿਹੜੇ ਲੁਧਿਆਣੇ ਦੇ MP ਨੇ, ਉਹਨਾਂ ਨੇ ਟਵੀਟ ਕਰਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹ ਜਿਹੜਾ ਗੱਲ ਆ ਇਹ ਬੜੀ ਗਲਤ ਆ, ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਹਾਈ ਕਮਾਂਡ ਨੂੰ ਬਣਦਾ ਐਕਸ਼ਨ ਲੈਣਾ ਚਾਹੀਦਾ। ਇਹ ਰਾਜਾ ਵੜਿੰਗ ਨੇ ਗੱਲ ਕਹੀ ਆ ਕਿ ਬਣਦਾ ਐਕਸ਼ਨ, ਇਨਡਿਸਪਲਿਨਰੀ ਐਕਸ਼ਨ ਲੈਣਾ ਚਾਹੀਦਾ ਇਹਦੀ ਜਾਂਚ ਕਰਕੇ। ਤੁਸੀਂ ਮੈਨੂੰ ਦੇਖੋ ਵੀ ਜਿਹੜੇ ਸੋਹਰਾ ਉਹ ਇੱਥੋਂ ਤੱਕ ਵੱਧ ਗਏ ਆ ਜੀ। ਅੱਛਾ, ਵੈਸੇ ਮਨਪ੍ਰੀਤ ਜੀ, ਇੱਕ ਐਵੇਂ ਹੀ ਖਿਆਲ ਆ ਮਨ ਦਾ ਕਿ ਜੇਕਰ ਮਨਪ੍ਰੀਤ ਬਾਦਲ ਦੇ ਹੱਕ 'ਚ ਕੋਈ ਨਾ ਖਲੋਤਾ, ਤੇ ਉਹ ਜਿੰਨਾ ਕੁ ਮੈਂ ਜਾਣਦਾ, ਨਿੱਜੀ ਵੀ ਜਾਣਦਾ ਮਨਪ੍ਰੀਤ ਬਾਦਲ ਨੂੰ, ਉਹ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ ਵਾਪਸ ਪਰਿਵਾਰ 'ਚ ਜਾ ਸਕਦੇ ਆ। ਉਹ ਇਹ ਕਹਿ ਕੇ ਕਿ ਜੇਕਰ ਮੈਨੂੰ ਸ਼ੱਕ ਨਾਲ ਹੀ ਵੇਖਿਆ ਜਾਣਾ, ਜੇ ਮੈਨੂੰ ਹਮੇਸ਼ਾ ਬਾਦਲ ਹੀ ਸਮਝਿਆ ਜਾਣਾ, ਤਾਂ ਫਿਰ ਜਿੱਥੋਂ ਮੈਨੂੰ ਘੁੱਟ ਕੇ ਗਲਵੱਕੜੀ ਮਿਲਦੀ ਆ ਤੇ ਭੱਜੀਆਂ ਬਾਹੀਂ ਗਲ ਨੂੰ ਆਉਂਦੀਆਂ ਵਾਲੀ ਕਹਾਵਤ ਵੀ ਆ, ਫਿਰ ਮੈਂ ਤੁਹਾਡੇ ਕੋਲ ਕੀ ਕਰਨਾ, ਯਾਰ ਹੁਣੀ ਚੱਲੇ ਆ। ਰੰਧਾਵਾ ਜੀ, ਮੈਨੂੰ ਲੱਗਦਾ ਨਹੀਂ, ਕਿਉਂਕਿ ਕਾਰਨ ਆ ਇਹੀ ਗੱਲਾਂ ਉਹਨਾਂ ਨੇ ਉੱਥੇ ਬਾਦਲ ਪਰਿਵਾਰ ਦੇ ਵਿੱਚ ਰਹਿ ਕੇ ਵੀ ਕਹੀਆਂ ਸੀ। ਇਹ ਛੱਡ ਕੇ ਹੀ ਉੱਥੋਂ ਆਏ ਸੀ। ਹਾਲਾਂਕਿ ਤੁਹਾਨੂੰ ਪਤਾ ਉਹਨਾਂ ਦਾ ਸੀਨੀਅਰ ਬਾਦਲ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਨਾਲ ਇੱਕ ਬੜਾ ਖਾਸ ਰਿਸ਼ਤਾ ਸੀ। ਉਹ ਰਿਸ਼ਤਾ ਜਿਹੜਾ ਗਿੱਦੜਬਾਹਾ ਦੀ ਇਲੈਕਸ਼ਨ ਤੋਂ ਸ਼ੁਰੂਆਤ ਹੁੰਦੀ ਹੈ, ਜਦੋਂ ਸਰਦਾਰ ਬੇਅੰਤ ਸਿੰਘ ਹੁੰਦੇ ਸੀ ਤੇ ਉਹਨਾਂ ਨੇ ਬੜੀ ਸ਼ਿੱਦਤ ਨਾਲ ਉਹ ਚੋਣ ਲੜੀ ਸੀ ਤੇ ਮਨਪ੍ਰੀਤ ਬਾਦਲ ਪਹਿਲੀ ਵਾਰੀ ਜਿੱਤੇ ਆ। ਉਹ ਇਹੋ ਜਿਹਾ ਰਿਸ਼ਤਾ ਬਣਦਾ ਕਿ ਉਸ ਤੋਂ ਬਾਅਦ ਲਗਾਤਾਰ ਮਨਪ੍ਰੀਤ ਬਾਦਲ ਜਿੱਤਦੇ ਆਉਂਦੇ ਆ, ਤੇ ਜਦੋਂ ਪਰਿਵਾਰ ਨਾਲੋਂ ਵੱਖਰੇ ਹੁੰਦੇ ਆ ਤੇ ਹਾਰਦੇ ਵੀ ਆਪਣੀ ਜਦੋਂ ਪਾਰਟੀ ਬਣਾਉਂਦੇ ਆ, ਉਹ ਐਜ਼ MP ਵੀ ਹਾਰਦੇ ਆ, ਐਜ਼ MLA ਵੀ ਹਾਰਦੇ ਆ।
ਤੇ 2 ਜੀ ਜਗ੍ਹਾ ਤੋਂ ਉਹਨਾਂ ਨੇ ਚੋਣ ਲੜੀ ਸੀ, ਦੋਨਾਂ ਤੋਂ ਹਾਰੇ ਸੀ। ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਦੇ ਨਾਲ ਪਰਿਵਾਰਕ ਰਿਸ਼ਤੇ ਸੀ, ਸਾਰੇ ਉਹਨਾਂ ਨੂੰ ਮੰਨਦੇ ਸੀ ਕਿ ਇਹ ਬਾਦਲ ਪਰਿਵਾਰ ਦਾ ਹਿੱਸਾ। ਔਰ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮਨਪ੍ਰੀਤ ਬਾਦਲ ਉਹਨਾਂ ਦਾ ਜਿਹੜਾ ਉਹਨਾਂ ਦੀ ਰਾਜਨੀਤਿਕ ਸੋਚ ਆ, ਸਿਆਸੀ ਸੋਚ ਨੂੰ ਸੁਖਬੀਰ ਸਿੰਘ ਬਾਦਲ ਹੋਣਾ ਨਾਲੋਂ ਜ਼ਿਆਦਾ ਬਿਹਤਰ ਮੰਨਿਆ ਗਿਆ ਹਮੇਸ਼ਾ। ਉਹਨਾਂ ਨੂੰ ਇਹ ਵੀ ਮੰਨਿਆ ਗਿਆ ਕਿ ਉਹ ਵਧੀਆ ਪੂਰਾ ਨਾਪ ਤੋਲ ਕੇ ਬੋਲਦੇ ਨੇ। ਲੇਕਿਨ ਨਾਲ ਦੀ ਨਾਲ ਜਦੋਂ ਕਾਂਗਰਸ ਚ ਆ ਜਾਂਦੇ ਨੇ ਤੇ ਜੇ ਉਹਨਾਂ ਨੂੰ ਕਿਸੇ ਪਦ ਦੀ ਚਾਹਵਾਨ ਨੇ ਜਾਂ ਕਿਸੇ ਅਹੁਦੇ ਦੇ ਚਾਹਵਾਨ ਨੇ ਜਾਂ ਉਹਨਾਂ ਨੂੰ ਤਰੱਕੀ ਕਰਨ ਦਾ, ਕਿਉਂਕਿ ਪੋਲਿਟਿਕਸ ਦੇ ਵਿੱਚ ਹਰ ਕੋਈ ਬੰਦਾ ਤਰੱਕੀ ਕਰਨਾ ਚਾਹੁੰਦਾ, ਸਿਖਰ ਤੇ ਪਹੁੰਚਣਾ ਚਾਹੁੰਦਾ, ਉੱਥੇ ਜਾ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਅੜਿੰਗੇ ਲੱਗਣਗੇ ਤੇ ਉਹਨਾਂ ਦਾ ਫਿਰ ਬਾਦਲ ਪਰਿਵਾਰ ਉਹਨਾਂ ਨੂੰ ਚੇਤੇ ਕਰਵਾਇਆ ਜਾਏਗਾ ਤੇ ਉਹਨਾਂ ਲਈ ਵਾਪਸ ਉੱਥੇ ਜਾਣਾ ਸੌਖਾ ਨਹੀਂ ਹੋਏਗਾ ਕਿ ਉੱਥੇ ਬਿਕਰਮ ਸਿੰਘ ਮਜੀਠੀਆ ਵੀ ਬੈਠੇ ਆ। ਹੁਣ ਮੈਂ ਸਹਿਮਤ ਹਾਂ ਕਿ ਜਿੱਥੇ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਆਉਂਦਾ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਨਾ ਆਵੇ, ਇਹ ਗੱਲ ਨਹੀਂ ਬਣਦੀ। ਤੁਸੀਂ ਸਾਰੇ ਹੀ ਵਰਤਾਰੇ ਨੂੰ ਵੇਖੋ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਦੀ ਵਿਰਾਸਤ ਜਿਹੜੀ ਆ ਉਹਨੂੰ ਤੋੜਨ ਲਈ ਹਰ ਕੌੜਾ ਘੁੱਟ ਭਰਦੇ ਰਹੇ ਆ। ਉਹਨਾਂ ਨੇ ਰਵਾਇਤੀ ਪੋਲਿਟਿਕਸ ਦੇ ਵਿੱਚ ਉਹ ਸਾਰੇ ਚੁਣ ਕੇ ਪਾਸੇ ਕੀਤੇ ਬੰਦੇ, ਕੋਈ ਦਿੱਲੀ ਭੇਜਤੇ, ਕੋਈ ਇੱਧਰ ਕਰਤੇ, ਕੋਈ ਉੱਧਰ ਕਰਤੇ। ਸੁਖਬੀਰ ਸਿੰਘ ਲਈ ਮੈਦਾਨ ਕੱਲਾ, ਗਲੀਆਂ ਹੋ ਜਾਣ ਸੁੰਨੀਆਂ ਵਾਲੀ ਗੱਲ। ਹੁਣ ਆਖਰ ਦੇ ਵਿੱਚ ਇਹ ਦਾ ਹੋ ਸਕਦਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨੂੰ ਕਹਿ ਸਕਦੇ ਆ ਵੀ ਹੁਣ ਬਾਦਲ ਪਿੰਡ ਦੀ ਵਿਰਾਸਤ ਖਤਰੇ 'ਚ ਹੀ ਪਈ, ਹੁਣ ਮਜੀਠੀਆ ਪਰਿਵਾਰ ਭਾਰੀ ਹੋਈ ਜਾਂਦਾ ਹੈ, ਹੁਣ ਭਰਾ ਨੂੰ ਬਾਹਾਂ ਦੀ ਲੋੜ ਆ ਤੇ ਆ ਜਾ, ਤੇਰੇ ਬਾਪ ਨੇ, ਮੇਰੇ ਭਰਾ ਨੇ ਮੈਨੂੰ ਬਣਾਇਆ ਤੇ ਅੱਜ ਇਹ ਜ਼ਿੰਮੇਵਾਰੀ ਮੈਂ ਤੈਨੂੰ ਦਿੰਦਾ ਹੈ। ਮਨਪ੍ਰੀਤ ਪਰਿਵਾਰ ਇਕੱਠੇ ਹੀ ਰਹਿੰਦੇ ਆ, ਕਦੇ ਮਰਦੇ ਨਹੀਂ ਹੁੰਦੇ ਤੇ ਪਰਿਵਾਰਾਂ ਦੇ ਦੁੱਖ ਵੀ ਸਾਂਝੇ ਹੁੰਦੇ। ਜਦੋਂ ਉਹਨਾਂ ਦੇ ਫਾਦਰ ਸਾਹਿਬ ਫੌਤ ਹੋਏ ਮਨਪ੍ਰੀਤ ਦੇ, ਮੈਨੂੰ ਪਤਾ ਬਾਦਲ ਸਾਹਿਬ ਨਾਲ ਮਨਪ੍ਰੀਤ ਦਾ ਭਾਵੁਕ ਜਿਹਾ ਇੱਕ ਲਗਾਅ ਦੇਖਿਆ ਗਿਆ ਸੀ। ਸੋ ਇਹ ਲਗਾਅ ਕਦੇ ਟੁੱਟਦੇ ਨਹੀਂ ਹੁੰਦੇ। ਪਰਿਵਾਰਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਤੋਂ ਬਾਅਦ ਮੁੜ ਮਿਲਣ ਦੀ ਗੱਲ ਤੁਰੀ ਰਹਿੰਦੀ ਹੈ। ਲੇਕਿਨ ਚਲੋ ਖੈਰ ਇਹਨੂੰ ਛੱਡ ਦਿੰਦੇ ਆ ਭਵਿੱਖ ਲਈ। ਮਨਪ੍ਰੀਤ ਬਾਦਲ ਵੀ ਮੰਝਿਆ ਹੋਇਆ ਖਿਡਾਰੀ ਆ, ਉਹਦੇ ਕੋਲ ਤਾਂ ਉਰਦੂ ਸ਼ਾਇਰੋ ਸ਼ਾਇਰੀ ਵੀ ਬੜੀ ਆ। ਜਦੋਂ ਉਹਨੇ ਗੱਲ ਕਰਨੀ ਆ ਉਹਨੇ ਆਧਾਰ ਵੀ ਕਈ ਚੁਣ ਲੈਣੇ ਆ। ਵੱਖਰੀ ਗੱਲ, ਸਾਡੇ ਲੋਕ ਸਿੱਧੀ ਜੀ ਗੱਲ ਚਾਹੁੰਦੇ। ਮੈਂ ਹੁਣ ਜਾਊਂਗਾ ਤੁਹਾਡੀ ਕੱਲ ਵਾਲੀ ਗੱਲ ਜਿਹੜੀ ਕੱਲ ਆਪਾਂ ਮਿਸ ਕਰ ਗਏ ਜੀ। ਜਦੋਂ ਸਿੰਘ ਸਾਹਿਬ ਪਾਰਟੀ ਨੂੰ ਆਪਣੀ ਕਹਿੰਦੇ ਆ, ਅਕਾਲੀ ਦਲ ਕੁਛ ਇਸ ਤਰ੍ਹਾਂ ਦੀ ਗੱਲ ਕਰਦੇ, ਹੁਣ ਤੁਹਾਡੇ ਮੂੰਹੋਂ ਹੀ ਮੈਂ ਸੁਣੂਗਾ ਕਿ ਦਰਅਸਲ ਵੱਡੇ ਅਹੁਦੇ, ਵੱਡੀਆਂ ਸੰਸਥਾਵਾਂ, ਵੱਡੇ ਸੰਕਲਪ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਧਾਰਾ 'ਚ ਨਹੀਂ ਵਹਿ ਸਕਦੇ, ਕਿਸੇ ਪਾਰਟੀ ਵਿਸ਼ੇਸ਼ ਤੇ ਨਹੀਂ ਹੁੰਦੇ। ਉਹ ਸਮੂਹ ਸਮੁੱਚ 'ਚ ਤੁਰਦੇ ਆ ਤੇ ਉਹ ਕੌਮੀ ਹੁੰਦੇ ਆ। ਸੋ ਤੁਹਾਨੂੰ ਕਿੱਥੇ ਗੱਲ ਅਖੜੀ, ਜਿਹੜੀ ਜ਼ਬਾਨ ਦੇ ਸਲਿੱਪ ਹੋਣ ਦੀ ਵੀ ਗੱਲ ਕਹੀ ਜਾ ਸਕਦੀ ਆ, ਤਾਂ ਨਿੱਠ ਕੇ ਕੀਤੀ ਵੀ, ਗਿਣ ਮਿੱਥ ਕੇ ਕੀਤੀ ਵੀ ਹੋ ਸਕਦੀ ਆ। ਗਿਆਨੀ ਹਰਪ੍ਰੀਤ ਸਿੰਘ ਨੌਜਵਾਨ ਜਥੇਦਾਰ ਆ, ਸ਼ਾਇਦ ਹੁਣ ਤੱਕ ਦੇ ਸਭ ਤੋਂ ਬਿਹਤਰ, ਔਰ ਬਿਹਤਰ ਨਹੀਂ ਮੈਂ ਕਹੂੰਗਾ, ਮਤਲਬ ਹੁਣ ਤੱਕ ਦੇ ਨੌਜਵਾਨ ਨੇ, ਔਰ ਉਹ PhD ਕਰ ਰਹੇ ਆ, ਉਹ ਵਿਦਿਆਰਥੀ ਨੇ, ਖੋਜੀ ਨੇ। ਸੋ ਜਦੋਂ ਗੱਲ ਕਰਦੇ ਆ ਨਾਪ ਤੋਲ ਕੇ ਵੀ ਕਰਦੇ ਆ, ਮੌਕੇ ਮੁਤਾਬਕ ਵੀ ਕਰਦੇ ਆ। ਸੋ ਜਿਹੜੀ ਗੱਲ ਅਕਾਲੀ ਦਲ ਦੇ ਆਪਣੇ ਹੋਣ ਦੀ ਕੀਤੀ ਆ, ਇਹਨੂੰ ਜਰਾ ਦੱਸਿਓ, ਜ਼ੁਬਾਨ ਦਿਓ, ਇਹ ਕਿਸ ਦਿਸ਼ਾ ਦੀ ਸੋਚਕ ਆ? ਤੁਸੀਂ ਇੱਕ ਗੱਲ ਬਹੁਤ ਵਧੀਆ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਆ, ਹਜੇ ਵੀ ਉਹ ਤੁਸੀਂ ਦੇਖੋ, ਔਰ ਬੜੀ ਯੰਗ ਉਮਰ ਦੇ ਵਿੱਚ ਆਏ ਆ। ਔਰ ਮੈਨੂੰ ਲੱਗਦਾ ਤਕਰੀਬਨ ਹਰ ਇਸ਼ੂ ਤੇ ਜੋ ਵੀ ਉਹਨਾਂ ਨੇ ਸੇਧ ਦੇਣੀ ਹੁੰਦੀ ਆ ਸਿੱਖ ਕੌਮ ਨੂੰ, ਭਾਈਚਾਰੇ ਨੂੰ, ਉਹ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਬੋਲਦੇ ਨੇ। ਉਹ ਚਾਹੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਦੀ ਸਰਕਾਰ ਹੋਵੇ, RSS ਹੋਵੇ, ਉਹਨਾਂ ਦੇ ਖਿਲਾਫ ਵੀ ਲਗਾਤਾਰ ਉਹ ਬੋਲੇ ਨੇ। ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ RSS ਨੂੰ ਬੈਨ ਕਰ ਦੇਣਾ ਚਾਹੀਦਾ ਤੇ ਇਸ ਚੀਜ਼ ਦੀ ਵੀ ਸਿੱਖ ਕੌਮ ਵੱਲੋਂ, ਭਾਈਚਾਰੇ ਵੱਲੋਂ ਬੜੀ ਸ਼ਲਾਘਾ ਵੀ ਹੋਈ ਸੀ ਕਿ ਖੁੱਲ ਕੇ ਬੋਲਦੇ ਨੇ, ਕਿਸੇ ਤੋਂ ਡਰਦੇ ਨਹੀਂ। ਲੇਕਿਨ ਹੁਣ ਜਦੋਂ ਉਹ ਇਹ ਕਹਿੰਦੇ ਨੇ ਰੰਧਾਵਾ ਜੀ ਕਿ ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਆ, ਜਿੰਨਾ ਸਮਰਥਨ ਉਹਨੂੰ ਮਿਲਣਾ ਚਾਹੀਦਾ ਸੀ ਆਪਾਂ ਉਹਨਾਂ ਨੂੰ ਸਮਰਥਨ ਨਹੀਂ ਦੇ ਰਹੇ ਤੇ ਆਪਣੀ ਪਾਰਟੀ ਆ। ਦੇਖੋ, ਇਹਦਾ ਜਿਹੜਾ ਕ੍ਰਿਟਿਸਿਜ਼ਮ ਹੋਣਾ ਸੁਭਾਵਿਕ ਸੀ। ਮੈਨੂੰ ਯਾਦ ਆ ਜਾਂਦੇ ਨੇ ਸਾਬਕਾ ਜਥੇਦਾਰ ਰਣਜੀਤ ਸਿੰਘ, ਤੁਹਾਨੂੰ ਪਤਾ ਉਹ ਵੀ ਬੜਾ ਖੁੱਲ ਕੇ ਬੋਲਦੇ ਸੀ ਤੇ ਉਹ ਜਦੋਂ ਕਹਿੰਦੇ ਸੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਨਸੈਪਟ ਲੈ ਕੇ ਆਂਦਾ ਸੀ ਕਿ ਜਿਹੜਾ SGPC ਦੇ ਪ੍ਰਧਾਨ ਨੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ, ਉਹ ਬਾਦਲ ਪਰਿਵਾਰਾਂ ਦੇ ਲਿਫਾਫਿਆਂ ਚੋਂ ਨਿਕਲਦੇ ਆ ਤੇ ਲੋਕਾਂ ਦੇ ਵਿੱਚ ਉਹ ਲਿਫਾਫਿਆਂ ਦੀਆਂ ਗੱਲਾਂ ਚੱਲੀਆਂ। ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ SGPC ਦੇ ਪ੍ਰਧਾਨ, ਜਿਨ੍ਹਾਂ ਨੇ ਸਾਰੀ ਮੈਨੇਜਮੈਂਟ ਦੇਖਣੀ ਹੁੰਦੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋਣ, ਚਾਹੇ ਅਕਾਲ ਤਖਤ ਦੇ ਜਥੇਦਾਰ, ਜਿਨ੍ਹਾਂ ਨੇ ਸਾਰੀ ਕੌਮ ਨੂੰ ਸੇਧ ਦੇਣੀ ਹੁੰਦੀ ਆ, ਉਹ ਕਿਸੇ ਇੱਕ ਪਾਰਟੀ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦੇਣ। ਦੇਖੋ, ਇਹ 'ਚ ਇੱਕ ਗੱਲ ਹੋਰ ਵੀ ਪਤਾ ਲੱਗ ਰਹੀ ਆ ਕਿ ਜੇ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਬਿਆਨ ਦੇਣਾ ਪੈਂਦਾ ਕਿ ਉਹਨਾਂ ਨੂੰ ਉਨੀ ਸਪੋਰਟ ਆਪਾਂ ਦੇ ਨਹੀਂ ਰਹੇ, ਉਹਨਾਂ ਨੂੰ ਉਨੀ ਸਪੋਰਟ ਕਿਤੇ ਨਾ ਕਿਤੇ ਹਜੇ ਤੱਕ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਧਰਾਤਲ ਤੋਂ, ਜ਼ਮੀਨ ਤੋਂ ਉਹਨਾਂ ਨੂੰ ਹਜੇ ਸਪੋਰਟ ਮਿਲ ਨਹੀਂ ਰਹੀ। ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਖੁੱਸਿਆ ਹੋਇਆ ਇੱਕ ਤਰ੍ਹਾਂ ਦਾ ਮੈਂਡੇਟ ਸੀ ਜਾਂ ਲੋਕਾਂ ਦਾ ਪਿਆਰ ਸੀ,
ਉਹ ਵਾਪਸ ਨਹੀਂ ਮਿਲ ਰਿਹਾ। ਇਹ ਸੋ ਦੋ ਗੱਲਾਂ ਸਾਹਮਣੇ ਆਈਆਂ ਤੇ ਇਹ ਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਕ੍ਰਿਟਿਸਿਜ਼ਮ ਵੀ ਹੋਇਆ ਤੇ ਥੋੜਾ ਮੈਨੂੰ ਲੱਗਦਾ ਇਹ ਵਾਜਬ ਵੀ ਆ ਹੋਣਾ, ਕਿਉਂਕਿ ਇੱਕ ਪਾਰਟੀ ਨੂੰ ਲੈ ਕੇ ਜਦੋਂ ਉਹਨਾਂ ਦਾ ਕਹਿਣਾ ਕਿ ਆਪਣੀ ਪਾਰਟੀ, ਕਿਤੇ ਨਾ ਕਿਤੇ ਇਹ ਲੋਕਾਂ ਨੂੰ ਥੋੜਾ ਜਿਹਾ ਅੱਖਰ ਦਾ ਜ਼ਰੂਰ ਹੈ ਜੀ। ਲੋਕ ਇਹ ਸਮਝਦੇ ਆ ਕਿ ਜਿਹੜੇ ਕਾਂਗਰਸ ਦੇ ਵਿੱਚ ਸਿੱਖ ਨੇ, ਆਮ ਆਦਮੀ ਪਾਰਟੀ 'ਚ ਸਿੱਖ ਨੇ, ਜਾਂ ਕਿਸੇ ਵੀ ਧਿਰ ਦੇ ਵਿੱਚ ਸਿੱਖ ਨੇ, ਕਿ ਜਥੇਦਾਰ ਉਹਨਾਂ ਦੇ ਜਥੇਦਾਰ ਨਹੀਂ, ਕਿ ਉਹ ਸਿੱਖ ਜਥੇਦਾਰ ਦੇ ਸਿੱਖ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਨਹੀਂ। ਜਦੋਂ ਤੁਸੀਂ ਰਾਜਨੀਤਿਕ ਧਾਰਾ ਦੇ ਵਿੱਚ ਧਿਰ ਬਣੋਗੇ ਤਾਂ ਫਿਰ ਆਲੋਚਨਾ ਤਾਂ ਸਹਿਣੀ ਪਊ। ਹਾਲਾਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੈਂ ਇਸ ਗੱਲੋਂ ਸਿਫਤ ਵੀ ਕਰਦਾ ਹੈ ਕਿ ਉਹ ਆਲੋਚਨਾ ਨੂੰ ਖਿੜੇ ਮੱਥੇ ਲੈਂਦੇ ਆ ਤੇ ਸਮਝਣ ਦਾ ਯਤਨ ਵੀ ਕਰਦੇ ਆ। ਖੈਰ, ਸੰਵਾਦ ਤਾਂ ਰਹਿਣਾ ਚਾਹੀਦਾ। ਜੇ ਸੰਵਾਦ ਮੁੱਕੂ ਤੇ ਬਾਬੇ ਨਾਨਕ ਦੀ ਸੰਕਲਪ ਮੁੱਕਣਗੇ। ਬਾਬੇ ਨਾਨਕ ਦੇ ਸਾਰੇ ਵਿਚਾਰ ਸੰਵਾਦ ਨਾਲ ਹੀ ਜੁੜ ਕੇ ਅੱਗੇ ਵੱਧਦੇ ਆ, ਜਿਹਨੂੰ ਖਾਸ ਤੌਰ ਤੇ ਸਾਡੇ ਵਰਗਿਆਂ ਨੇ ਤੱਜਤਾ ਛੱਡਤਾ। ਮਾੜੀ ਗੱਲ ਆ। ਖੈਰ, ਅਸੀਂ ਕੌਣ ਆ, ਸਾਡੀ ਕੀ ਔਕਾਤ, ਅੱਗੇ ਤੁਰਦੇ ਆ ਜੀ। ਹੁਣ ਜਾਂਦੇ ਜਾਂਦੇ ਮੈਨੂੰ ਉਹ ਜਿਹੜੇ ਟਕੈਤ ਸਾਹਿਬ ਆ, ਜਿਹੜੇ ਯੂਪੀ ਔਰ ਪੰਜਾਬ 'ਚ ਇਲੈਕਸ਼ਨ ਲੜਨ ਦੀਆਂ ਗੱਲਾਂ ਕਰਦੇ, ਤੇ ਦੂਜੇ ਬੰਨੇ ਚੜੌਣੀ ਸਾਹਿਬ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਦੋਂ ਇਹ ਗੱਲ ਆਖਦੇ ਆ ਕਿ ਇਲੈਕਸ਼ਨ ਤਾਂ ਲੜਨੀ ਪੈਣੀ, ਉਦੋਂ ਫਿਰ ਉਹ 32 ਮੈਂਬਰੀ ਸੰਯੁਕਤ ਕਿਸਾਨ ਮੋਰਚੇ ਦਾ ਕੀ ਰੁਖ ਹੋਊਗਾ? ਉਹ ਤਾਂ ਸਾਫ਼ ਹੀ ਲੀਕ ਮਾਰ ਕੇ ਬੈਠੇ ਸੀ, ਅਖੇ ਮੈਂ ਨਾ ਮਾਨੂੰ। ਰੰਧਾਵਾ ਜੀ ਕਹਿੰਦੇ ਆ ਕਿ ਜਦੋਂ ਕਿਸੇ ਚੀਜ਼ ਦਾ ਨਵਾਂ ਇੱਕ ਰੂਪ ਆਉਂਦਾ, ਜਦੋਂ ਇੱਕ ਆਈਡੀਆ ਜਨਮ ਲੈਂਦਾ, ਤੇ ਜਨਮ ਕਦੋਂ ਲੈ ਜੇ ਤੇ ਕਦੋਂ ਉਹ ਫਾਈਨਲ ਰੂਪ ਅਖਤਿਆਰ ਕਰ ਜੇ, ਇਹ ਪਤਾ ਹੀ ਨਹੀਂ ਲੱਗਦਾ। ਹੁਣ ਬੜੀਆਂ ਛੋਟੀਆਂ ਸੁਰਾਂ ਉੱਭਰ ਰਹੀਆਂ ਨੇ, ਗੁਰਨਾਮ ਸਿੰਘ ਚੰਦੂਨੀ ਦੇ ਰੂਪ ਦੇ ਵਿੱਚ, ਰਕੇਸ਼ ਟਕੈਤ ਹੋਣਾ ਦੇ ਰੂਪ ਦੇ ਵਿੱਚ। ਹਾਲਾਂਕਿ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਊਗਾ ਜਾਂ ਪਵਾਇਆ ਜਾਊਗਾ, ਇਹ ਆਪਾਂ ਨੂੰ ਨਹੀਂ ਪਤਾ। ਲੇਕਿਨ ਇੱਕ ਗੱਲ ਸ਼ੁਰੂਆਤ ਹੋ ਗਈ ਆ ਕਿ ਸਾਨੂੰ ਜਿਹੜਾ ਪਾਸਿਆਂ ਤੇ ਬੈਠ ਕੇ ਤਮਾਸ਼ਾ ਦੇਖਣ ਦੀ ਬਜਾਏ ਜਾਂ ਆਪਣੀ ਬਰਬਾਦੀ ਦੇਖਣ ਦੀ ਬਜਾਏ ਸਾਨੂੰ ਵਿੱਚ ਹਿੱਸੇਦਾਰੀ ਪਾਉਣੀ ਚਾਹੀਦੀ ਹੈ, ਤਾਂ ਕਿ ਜਿਹੜੀ ਇਹ ਬਾਗਡੋਰ ਆ ਸੱਤਾ ਦੀ, ਕਿਤੇ ਨਾ ਕਿਤੇ ਸਾਡਾ ਉਹਦੇ ਤੇ ਕੰਟਰੋਲ ਰਵੇ। ਤੁਸੀਂ ਦੇਖੋ, ਅੱਜ ਹੀ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕਿਹਾ ਕਿ ਸਾਨੂੰ ਹੁਣ ਇੱਕ ਹੋਰ ਚੀਜ਼ ਦੀ ਲੋੜ ਆ, ਉਹ ਇਹ ਆ ਕਿ ਜਿਹੜਾ ਅਨਾਜ ਪੈਦਾ ਕਰਦਾ ਕਿਸਾਨ, ਉਹਦੀ ਸਾਂਭ ਸੰਭਾਈ ਕਿੱਦਾਂ ਕਰਨੀ ਹੈ। ਰੰਧਾਵਾ ਜੀ, ਕਿਸੇ ਦਿਨ ਆਪਾਂ ਇਸ ਤੇ ਗੱਲ ਕਰਾਂਗੇ ਕਿ ਅਨਾਜ ਦੀ ਸਾਂਭ ਸੰਭਾਈ ਇੰਨਾ ਵੱਡਾ ਮਸਲਾ ਬਣਿਆ ਹੋਇਆ। ਕਿਸੇ ਟਾਈਮ ਮੈਂ ਬੜਾ ਇੱਥੇ ਲਿਖਿਆ ਸੀ ਤੇ ਸੁਪਰੀਮ ਕੋਰਟ ਨੇ ਉਹਦਾ ਸੰਗਿਆਨ ਲਿੱਤਾ ਸੀ ਵੀ ਤੁਸੀਂ ਸਾਰਾ ਅਨਾਜ ਸੜ ਜਾਂਦਾ। ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਕਹਿਣ ਦਾ ਮਤਲਬ ਕਿਸਾਨਾਂ ਤੇ ਦੁਬਾਰਾ ਫੋਕਸ ਹੋ ਰਿਹਾ। ਇਹੀ ਗੱਲ ਅੱਜ ਖੇਤੀਬਾੜੀ ਮੰਤਰੀ ਸਾਡੇ ਕੇਂਦਰ ਨੇ ਨਰਿੰਦਰ ਸਿੰਘ ਤੋਮਰ ਹੋਣਾ ਨੇ ਕਿਹਾ ਕਿ 3.5% ਤੱਕ ਜੇ ਸਾਡੀ GDP ਦੇ ਵਿੱਚ ਵਾਧਾ ਹੁੰਦਾ ਤੇ ਉਹਦੇ ਵਿੱਚ ਕੰਟਰੀਬਿਊਸ਼ਨ ਕਿਸਾਨਾਂ ਦੀ ਆ। ਸੋ ਕਿਸਾਨ ਹਰ ਚੀਜ਼ ਦਾ ਕੇਂਦਰ ਆ। ਈਵਨ ਕਿ ਸਾਡਾ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਆ, ਉਸੇ ਚੀਜ਼ ਨੇ ਕਿਸਾਨੀ ਤਾਂ ਖੜੀ ਰੱਖੀ ਆ। ਲੋਕਾਂ ਨੂੰ ਅਨਾਜ, ਹੁਣ 80 ਕਰੋੜ ਲੋਕਾਂ ਨੂੰ ਅਨਾਜ ਦੇਣਾ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਖੁਦ ਹੀ ਕਿਹਾ ਸੀ। ਇਹ ਸਾਰਾ ਕਿੱਥੋਂ ਆਉਂਦਾ? ਮੇਰਾ ਕਹਿਣ ਦਾ ਮਤਲਬ ਜਿਹੜੇ ਕਿਸਾਨ ਨੇ ਉਹ ਬਹੁਤ ਅਹਿਮ ਹਿੱਸਾ ਨੇ ਸਾਡੀ ਸਮਾਜ ਦਾ, ਸਾਡੀ ਸੁਸਾਇਟੀ ਦਾ, ਸਾਡੀ ਆਰਥਿਕ ਨਿਰਭਰਤਾ ਦਾ। ਇਸ ਕਰਕੇ ਉਹਨਾਂ ਨੂੰ ਵਿੱਚ ਲੈ ਕੇ ਆਉਣਾ, ਸੈਂਟਰ ਦੇ ਵਿੱਚ ਲੈ ਕੇ ਆਉਣਾ, ਔਰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਉਣਾ, ਉਹਨਾਂ ਨੂੰ ਅੱਖੋਂ ਪਰੋਲੇ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਹਿੱਸੇਦਾਰੀ ਆ ਉਹ ਰਾਜਨੀਤੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਖੁਦ ਮੁਖਤਿਆਰ ਹੋ ਕੇ ਕਈ ਤਰ੍ਹਾਂ ਦੇ ਅਸੀਂ ਫੈਸਲੇ ਲੈ ਸਕੀਏ ਤੇ ਸਾਨੂੰ ਕਟੋਰਾ ਫੜ ਕੇ ਲੋਕਾਂ ਅੱਗੇ ਜਾਂ ਰਾਜਨੇਤਾਵਾਂ ਜਾਂ ਸਿਆਸੀ ਨੇਤਾਵਾਂ ਅੱਗੇ ਖੜੇ ਨਾ ਹੋਣਾ ਪਵੇ। ਇਹ ਸੋਚ ਆ। ਹਾਂ, ਇਸ ਤੇ ਸਹਿਮਤੀ ਕਦੋਂ ਬਣਦੀ ਹੈ, ਇਹ ਹੁਣ ਸਮਾਂ ਦੱਸੂਗਾ। ਬਿਲਕੁਲ ਮਨਪ੍ਰੀਤ ਜੀ, ਸਾਡੇ ਪੰਜਾਬ 'ਚ ਪ੍ਰਵਾਨਿਤ ਲੋਕਾਂ 'ਚ ਸਭ ਤੋਂ ਨੰਬਰ 1 ਤੇ ਰਾਜੇਵਾਲ, ਔਰ ਜਿਹੜੇ ਦੂਜੇ ਮਾਲਵੇ ਖੇਤਰ ਦੇ ਨੇ, ਮੈਂ ਨਾਂ ਭੁੱਲਦਾ ਉਹਨਾਂ ਦਾ, ਜਿਹੜੇ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਚਲਾ ਰਹੇ ਨੇ ਟਿੱਕਰੀ ਦੇ ਵਿੱਚ, ਉਹ ਨੇ। ਸੋ ਸਵਾਲ ਇਹ ਹੈ ਕਿ ਉਹਨਾਂ ਦੋ ਬੰਦਿਆਂ, ਉਗਰਾਹਾਂ ਸਾਹਿਬ, ਮੈਂ ਮਾਫੀ ਚਾਹੁੰਦਾ ਉਗਰਾਹਾਂ ਸਾਹਿਬ ਜੇ ਸੁਣਦੇ ਹੋਣ, ਸਾਡੇ ਵੀ ਦਿਮਾਗ ਕਿਸੇ ਵੇਲੇ ਉਹ ਕੰਪਿਊਟਰ ਵਾਂਗ ਹੈਂਗ ਹੋ ਜਾਂਦੇ ਆ। ਸੋ ਜਿਹੜੇ ਉਗਰਾਹਾਂ ਸਾਹਿਬ ਆ, ਉਹਨਾਂ ਕੋਲ ਸਭ ਤੋਂ ਵੱਡਾ ਜਨ ਸਮਰਥਨ ਹੈ ਤੇ ਸਭ ਤੋਂ ਵੱਡਾ ਉਹਨਾਂ ਦਾ ਬੇਸ ਆ ਵਰਕਰਸ ਦੇ ਵਿੱਚ, ਉਹਨਾਂ ਦੀ ਆਪਣੀ ਜਥੇਬੰਦੀ ਦਾ। ਸੋ ਇਹਨਾਂ ਦੋਵਾਂ ਚਿਹਰਿਆਂ ਨੇ ਪ੍ਰਵਾਨਗੀ ਅਜੇ ਤੱਕ ਨਹੀਂ ਦਿੱਤੀ। ਉਗਰਾਹਾਂ ਸਾਹਿਬ ਦਾ ਤਾਂ ਸਿੱਧਾ ਜਿਹਾ ਅਸੂਲ ਰਿਹਾ ਕਿ ਅਸੀਂ ਸਿਆਸਤ ਦੇ ਵਿੱਚ ਸਰਗਰਮੀ ਨਾਲ ਨਹੀਂ ਆਉਣਾ, ਫੈਸਲਾ ਕਰਾਂਗੇ ਕਿਹਨੂੰ ਸਪੋਰਟ ਕਰਨਾ ਹੈ, ਕਿੱਦਾਂ ਕਰਨਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਸੰਗਠਨ ਜਿਹੜੇ ਬੈਠੇ ਨੇ ਉੱਥੇ ਆਪਣੇ ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਗੇ, ਜਦੋਂ ਪੰਜਾਬ ਦੇ ਵਿੱਚ ਟਕਰਾਅ ਦੀ ਸਥਿਤੀ ਬਣੀ ਹੋਈ ਆ। ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਮੇਵਾਰੀ ਓੜ ਲਈ ਆ ਕਿ ਮੈਂ ਭਾਜਪਾ ਦੇ ਵਰਕਰ ਤੇ ਲੀਡਰਸ ਨੂੰ ਸੁਰੱਖਿਆ ਮੁਹੱਈਆ ਕਰਾਂਗਾ, ਲੇਕਿਨ ਜੇ ਅੰਦੋਲਨ ਨੇ ਚੱਲਦੇ ਰਹਿਣਾ ਔਰ ਟਕਰਾਅ ਤੋਂ ਵੀ ਬਚਣਾ ਹੈ ਤਾਂ ਰਣਨੀਤੀਆਂ ਮੁੜ ਕੇ ਘੜੀਆਂ ਜਾਣਗੀਆਂ। ਇਹਨੂੰ ਤਿੱਖਾ ਕਿਵੇਂ ਕਰਨਾ ਹੈ, ਕੇਂਦਰ ਤੇ ਅਸਰ ਕਿਵੇਂ ਪਾਉਣੇ ਆ, ਪਾਰਲੀਮੈਂਟ ਕਿਵੇਂ ਘੇਰਨੀ ਉਹਨਾਂ ਨੇ ਜਾਂ ਧਰਨੇ ਕਿਵੇਂ ਲਾਉਣੇ ਆ, ਇਹ ਉਹਨਾਂ ਨੇ ਦੇਖਣਾ। ਲੇਕਿਨ 2022 ਤੋਂ ਪਹਿਲਾਂ
ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਸਰਗਰਮ ਹੋਣਾ ਹੀ ਪੈਣਾ, ਉਹਨਾਂ ਦੇ ਵਰਕਰ ਪ੍ਰੈਸ਼ਰਾਈਜ਼ ਕਰਨਗੇ। ਸੋ ਦੇਖਦੇ ਰਹਿੰਦੇ ਆ। ਮਨਪ੍ਰੀਤ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।